अनेक कहै मत एक न मान्यो। सिमरत शास्त्र वेद सब बहु भेद कहै हम एक न जान्यो। श्री असपान कृपा तुमरी कर मैं ना कहयो सब तोहे बखान्यो। सुकाओ टल दर्शन परसै जन्म मरण दुख होवै सिफत कसम। नूरे अरसों कुरसों तुद डिठे सच्चे पातशाह। मल जन्म जन्म दे तुद डिठे सच्चे मल जन्म जन्म दी कटिया। सतनाम श्री वाहिगुरु साहिब जीओ। वडहंस महला चौथा घर दूजा। एक ओंकार सतगुर प्रसाद। मैं मन वड्डी आस हरै क्यों कर हर दर्शन पावा। हाँ जाए पुछा अपने सतगुर गुर पुछ मन मुगद समझावा। भूला मन समझे गुर शब्दी हर हर सदा ध्याए। नानक जिस नदर करे मेरा प्यारा सो हर चरणी चित लाए। मैं मन वड्डी आस हरै क्यों कर हर दर्शन पावा। वाहिगुरु जी का खालसा वाहिगुरु जी की फतेह। पतत पावन कृपा निधान जुगो जुग अटल साहिब गुरु ग्रंथ साहिब जियां दी पवित्र पावन हजूरी दा आनंद मान रही गुरु की संगत। आप संगत ने गुरु दरबार के अंदर बैठ के सतगुरां दे आगामी बचन जिहड़े ने सतगुरां दी बाणी कीर्तन दे रूप दे विच सरवण कीती है। इस वेले आपां लड़ीवार गुरबाणी की कथा जो सतगुरु जी सानू वडहंस राग दे विच शब्द दर शब्द उपदेश बख्शिश कर रहे ने ते इस विचार नूं सरवण करन दा आपां नूं सुभाग समा प्राप्त हो रहा। आओ कुछ समय वास्ते अपने मन नूं टकाइए और बड़ी भावना नाल बड़ी शरधा नाल सतगुरां दे बचन सरवण करिए। मिल करके आखिए सतनाम श्री वाहिगुरु साहिब जी। सतनाम श्री वाहिगुरु साहिब जीओ। वडहंस महला चौथा घर दूजा। एक ओंकार सतगुर प्रसाद। मैं मन वड्डी आस हरै क्यों कर हर दर्शन पावा। वडहंस राग दे अंदर चौथे पातशाह गुरु रामदास जियां दा ये शब्द आपां सरवण कर रहे हाँ। सो इथों गुरु रामदास महाराज जियां दी गुरबाणी दे शब्द जिहड़े ने वो प्रारंभ हो रहे ने। सो दूजे घर दे अंदर इस नूं गाउण दा महाराज जियां दे वल्लों हुक्म है। गुरु अर्जन देव महाराज जी गुरबाणी लिखवाउंदे सन भाई गुरदास जियां दे कोलों। जदों बाणी लिखवाउणी शुरू करदे ने उपर मंगलाचरण लिखदे ने एक ओंकार परमेश्वर एक है। ओंकार परमात्मा का ही एक नाम है। नाम तो वो बहुते ने तेरे नाम अनेकां रूप अनंता।
ਤੇਰੇ ਬੇਅੰਤ ਰੂਪ ਨੇ, ਤੇਰੇ ਬੇਅੰਤ ਨਾਮ ਨੇ, ਪਰ ਉਹਨਾਂ ਨਾਮਾਂ ਦੇ ਵਿੱਚੋਂ ਪਰਮਾਤਮਾ ਦੇ ਇੱਕ ਨਾਮ ਓੰਕਾਰ ਵੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਓੰਕਾਰ ਪਰਮਾਤਮਾ ਨੂੰ ਜੇ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਸਤਿਗੁਰ ਪ੍ਰਸਾਦ, ਫਿਰ ਤੈਨੂੰ ਗੁਰੂ ਦੀ ਕਿਰਪਾ ਲੈਣੀ ਪਵੇਗੀ, ਬਖਸ਼ਿਸ਼ ਲੈਣੀ ਪਵੇਗੀ। ਗੁਰੂ ਦੀ ਪ੍ਰਸੰਨਤਾ ਲਵੇਂਗਾ ਤੇ ਤਾਂ ਪ੍ਰਾਪਤੀ ਹੁੰਦੀ ਹੈ। ਮੈਂ ਮਨ ਵੱਡੀ ਆਸ ਹਰੈ, ਕਿਉ ਕਰ ਹਰ ਦਰਸ਼ਨ ਪਾਵਾ। ਮੇਰੇ ਮਨ ਦੇ ਵਿੱਚ ਬਹੁਤ ਵੱਡੀ ਇੱਕ ਆਸਾ ਲੱਗ ਰਹੀ ਹੈ। ਆਸਾ ਦੇ ਉੱਪਰ ਸੰਸਾਰ ਖਲੋਤਾ। ਸਾਡੀ ਆਸਾ ਹੈ ਮੈਂ ਅੱਜ ਇਹ ਕਰਾਂਗਾ, ਅਗਲੇ ਮਹੀਨੇ ਇਹ ਕਰਾਂਗਾ, ਅਗਲੇ ਸਾਲ ਇਸ ਤਰ੍ਹਾਂ ਕਰਾਂਗਾ, ਮੈਂ ਆਪ ਇਹ ਕਰਾਂਗਾ, ਮੇਰੇ ਪੁੱਤਰ ਇਸ ਤਰ੍ਹਾਂ ਕਰਨਗੇ, ਪੋਤਰੇ ਇਸ ਤਰ੍ਹਾਂ ਕਰਨਗੇ। ਅਸੀਂ ਬੜੀ ਵੱਡੀ ਆਸ ਲਾ ਕੇ ਲੰਮਾ ਸੋਚਦੇ ਹੋਏ ਸੰਸਾਰ ਵਿੱਚ ਜਿਉਂਦੇ ਹਾਂ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੀ ਆਸਾ ਸਾਡੇ ਨਾਲੋਂ ਵੱਖਰੀ ਹੈ। ਆਪਾਂ ਇੱਕ ਬਚਨ ਪੜ੍ਹਦੇ ਹਾਂ ਗੁਰਬਾਣੀ ਦਾ, ਮਹਾਰਾਜ ਕਹਿਣ ਲੱਗੇ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਰੱਬ ਦਿਆਂ ਭਗਤਾਂ ਦੇ ਵਿੱਚ ਤੇ ਸਾਡੇ ਵਰਗੇ ਸੰਸਾਰੀ ਲੋਕਾਂ ਵਿੱਚ ਕਦੇ ਜੋੜ ਨਹੀਂ ਬਣਦਾ, ਮਿਲਾਪ ਨਹੀਂ ਬਣਦਾ। ਕਿਉਂ ਨਹੀਂ ਬਣਦਾ? ਸਾਡਾ ਮੰਗਣਾ ਲਹਿਦਾ ਹੈ, ਸਾਡਾ ਦੇਣਾ ਲਹਿਦਾ ਹੈ, ਸਾਡਾ ਕਰਨਾ ਕੁਝ ਹੈ, ਪਰ ਭਗਤਾਂ ਦਾ ਮੰਗਣਾ ਵੀ ਕੁਝ ਹੋਰ ਹੈ, ਭਗਤਾਂ ਦਾ ਦੇਣਾ ਕੁਝ ਹੋਰ ਹੈ, ਭਗਤਾਂ ਦੀ ਸੰਸਾਰ ਦੀ ਰੋਹ ਰੀਤੀ ਕੁਝ ਹੋਰ ਹੈ। ਇਸ ਕਰਕੇ ਭਗਤਾਂ ਦਾ ਤੇ ਸੰਸਾਰੀ ਲੋਕਾਂ ਦਾ ਆਪਸ ਵਿੱਚ ਮੇਲ ਬੈਠਦਾ ਹੀ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਸਾਰੀ ਲੋਕ ਤੇ ਬੜੀ ਆਸਾ ਲਾ ਕੇ ਬੈਠੇ ਪਦਾਰਥਾਂ ਦੀ, ਇਹ ਮਿਲੇਗਾ ਫਿਰ ਇਹ ਮਿਲੇਗਾ। ਭਗਤਾਂ ਨੇ ਮਨ ਵਿੱਚ ਆਸ ਲਾਈ ਹੈ, ਆਸ ਵੀ ਉਹਨਾਂ ਨੇ ਵੱਡੀ ਲਾਈ ਹੈ। ਕਿਉਂਕਿ ਅਸੀਂ ਆਮ ਹੀ ਇਹ ਗੱਲ ਕਹਿੰਦੇ ਆ, ਜਿੱਡੀ ਕੋਈ ਬੰਦੇ ਦੀ ਸੋਚ ਹੈ ਨਾ, ਬੰਦਾ ਉਹਨਾਂ ਕੋਈ ਸੋਚ ਸਕਦਾ। ਅਸੀਂ ਸੰਸਾਰੀ ਲੋਕ ਹਾਂ, ਸਾਡੀ ਸੋਚ ਛੋਟੀ ਹੈ। ਅਸੀਂ ਕੇਵਲ ਨਿੱਕੇ ਨਿੱਕੇ ਪਦਾਰਥਾਂ ਦੇ ਮਗਰ ਦੌੜੇ ਪਏ ਹਾਂ, ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ। ਕਿਉਂਕਿ ਸਾਡੀ ਸੋਚ ਕੇਵਲ ਪਦਾਰਥਾਂ ਤੱਕ ਅੱਗੇ ਜਾਂਦੀ ਨਹੀਂ ਹੈ। ਪਰਮੇਸ਼ਰ ਦੇ ਜਿਹੜੇ ਭਗਤ ਨੇ ਉਹਨਾਂ ਦੀ ਸੋਚ ਸਾਡੇ ਨਾਲੋਂ ਵੱਡੀ ਹੈ, ਵਿਸ਼ਾਲ ਹੈ। ਉਹਨਾਂ ਦੀ ਮੰਗ ਵੀ ਸਾਡੇ ਨਾਲੋਂ ਵੱਡੀ ਹੈ। ਕੀ ਮੰਗ ਹੈ ਰੱਬ ਦਿਆਂ ਭਗਤਾਂ ਦੀ? ਮੈਂ ਮਨ ਵੱਡੀ ਆਸ, ਮੇਰੇ ਮਨ ਦੇ ਵਿੱਚ ਬਹੁਤੀ ਵੱਡੀ ਮੈਂ ਆਸ ਲੈ ਕੇ ਆਇਆ। ਤੇ ਸਾਡੀ ਵੱਡੀ ਆਸ ਇਹ ਹੁੰਦੀ ਹੈ ਵੀ ਨੌਕਰੀ ਮਿਲ ਜਾਵੇ, ਮੈਂ ਵਿਦੇਸ਼ ਚਲੇ ਜਾਵਾਂ, ਮੈਨੂੰ ਪੁੱਤਰ ਮਿਲ ਜਾਵੇ, ਪੋਤਰਾ ਮਿਲ ਜਾਵੇ, ਘਰ ਮਿਲ ਜਾਵੇ। ਸਾਡੀ ਆਸਾ ਇੱਥੋਂ ਕੁ ਤੱਕ ਹੀ ਹੈ। ਜਾਂ ਸਰੀਰ ਨੂੰ ਤੰਦਰੁਸਤੀ ਮਿਲ ਜਾਵੇ, ਮੈਨੂੰ ਜਾਣ ਵਾਸਤੇ ਗੱਡੀ ਮੋਟਰ ਮਿਲ ਜਾਵੇ, ਇਹ ਸਾਡੀ ਆਸ ਇੱਥੋਂ ਕੁ ਤੱਕ ਹੀ ਸੀਮਤ ਹੈ। ਪਰ ਭਗਤਾਂ ਨੇ ਵੱਡੀ ਆਸ ਰੱਖੀ ਹੈ। ਕਿਹੜੀ? ਕਹਿਣ ਲੱਗੇ ਮੇਰੀ ਵੱਡੀ ਆਸ ਇਹ ਹੈ, ਕਿਉਂ ਕਰ ਹਰ ਦਰਸ਼ਨ ਪਾਵਾਂ। ਆਸ ਮੇਰੀ ਇਹ ਹੈ ਵੀ ਮੈਂ ਉਹ ਕਿਹੜਾ ਕੰਮ ਕਰਾਂ ਜਿਹਦੇ ਨਾਲ ਮੈਨੂੰ ਰੱਬ ਦੇ ਦਰਸ਼ਨ ਹੋ ਜਾਣ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਤੇ ਆਸਾ ਰੱਖੀ ਹੈ ਦੁਨੀਆ ਦੇ ਪਦਾਰਥ ਦੀ, ਸਿਫਾਰਿਸ਼ ਵੀ ਲੱਭਦੇ ਹਾਂ, ਰਿਸ਼ਵਤ ਵੀ ਦਿੰਦੇ ਹਾਂ, ਜੋ ਭੱਜ ਨੱਠ ਕਰਨੀ ਪਵੇ, ਜਾਦੂ ਮੰਤਰ ਟੂਣਾ ਤੰਤਰ ਸਭ ਕੁਝ ਕਰਦੇ ਹਾਂ ਦੁਨੀਆ ਦੀ ਇੱਕ ਛੋਟੀ ਜਿਹੀ ਆਸ ਪੂਰੀ ਕਰਨ ਵਾਸਤੇ। ਰੱਬ ਦਿਆਂ ਭਗਤਾਂ ਦੀ ਆਸ ਵੱਡੀ ਹੈ। ਕਹਿਣ ਲੱਗੇ ਮੇਰੀ ਵੱਡੀ ਆਸ ਇਹ ਹੈ ਕਿ ਮੈਨੂੰ ਰੱਬ ਦੇ ਦਰਸ਼ਨ ਕਿਵੇਂ ਹੋਣ, ਉਹ ਕਿਹੜਾ ਤਰੀਕਾ ਮੈਂ ਕਰਾਂ, ਕਿਹੜਾ ਯਤਨ ਕਰਾਂ, ਕਿਹੜੇ ਰਾਹ 'ਤੇ ਚੱਲਾਂ, ਕਿਹੜਾ ਕੋਈ ਪੁੰਨ ਕਰਾਂ, ਕੋਈ ਦਾਨ ਕਰਾਂ ਜਿਹਦੇ ਨਾਲ ਮੈਨੂੰ ਪਰਮੇਸ਼ਰ ਮਿਲ ਜਾਵੇ, ਉਹਦੇ ਮੈਂ ਦਰਸ਼ਨ ਕਰ ਲਵਾਂ। ਇਹ ਹੈ ਸਭ ਤੋਂ ਵੱਡੀ ਆਸ। ਕਿਉਂਕਿ ਉਹਦੇ ਦਰਸ਼ਨਾਂ ਦੇ ਵਿੱਚ ਹੀ ਸਭ ਕੁਝ ਹੈ ਨਾ। ਪਦਾਰਥਾਂ ਦੀ ਭੁੱਖ ਹੀ ਖਤਮ ਹੋ ਜਾਣੀ ਹੈ। ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨੇਛਾਂ ਸਭ। ਉਹਦੇ ਦਰਸ਼ਨਾਂ ਦੇ ਨਾਲ ਮਨ ਵਿੱਚ ਇੰਨਾ ਸੰਤੋਖ ਰੱਜ ਆ ਜਾਂਦਾ ਵੀ ਦੁਨੀਆ ਦੇ ਪਦਾਰਥ ਦੀ ਇੱਛਾ ਰਹਿ ਹੀ ਕੋਈ ਨਹੀਂ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਗਤਾਂ ਦੇ ਮਨ ਵਿੱਚ ਵੱਡੀ ਆਸ ਇਹ ਹੈ ਕਿ ਮੈਂ ਰੱਬ ਦੇ ਦਰਸ਼ਨ ਕਿਵੇਂ ਕਰਾਂ। ਹੁਣ ਜੇ ਆਪਾਂ ਵੀ ਭਗਤ ਬਣਨਾ ਚਾਹੁੰਦੇ ਹਾਂ, ਰੱਬ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ, ਤੇ ਫਿਰ ਸਵਾਲ ਤੇ ਸਾਡਾ ਵੀ ਇਹੋ ਹੀ ਹੈ ਨਾ ਵੀ ਮੈਂ ਉਹ ਕਿਹੜਾ ਕੰਮ ਕਰਾਂ ਜਿਹਦੇ ਨਾਲ ਮੈਨੂੰ ਰੱਬ ਦੇ ਦਰਸ਼ਨ ਹੋ ਜਾਣ, ਅਕਾਲ ਪੁਰਖ ਦੇ ਦਰਸ਼ਨ ਹੋ ਜਾਣ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਤੇ ਸਵਾਲ ਹੈ ਵੀ ਕਿਵੇਂ ਰੱਬ ਦੇ ਦਰਸ਼ਨ ਹੋਣ। ਇਹ ਵੱਡੀ ਆਸਾ ਮੇਰੀ ਕਿਵੇਂ ਪੂਰੀ ਹੋਣਾ ਕਰੇ। ਪੁੱਛਾ ਆਪਣੇ ਸਤਿਗੁਰ, ਗੁਰ ਪੁੱਛ ਮਨ ਮੁਗਧ ਸਮਝਾਵਾ। ਹੁਣ
ਜਦੋਂ ਅਸੀਂ ਮਿਲਣਾ ਹੈ ਤੇ ਸਾਨੂੰ ਗੁਰੂ ਕੋਲ ਜਾਣਾ ਪਵੇਗਾ, ਕਿਉਂਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ। ਗੁਰੂ ਨੇ ਪਰਮੇਸ਼ਰ ਨੂੰ ਜਾਣਿਆ, ਤੇ ਜਿਹਨੇ ਜਾਣਿਆ ਫਿਰ ਉਹਦੇ ਕੋਲ ਜਾਣਾ ਪਵੇਗਾ ਨਾ, ਵੀ ਜਿਹਨੇ ਆਪ ਪਾਇਆ ਉਹਨੂੰ ਕੋਲ ਪੁੱਛ ਕੇ ਆਵਾਂ ਵੀ ਰੱਬ ਕਿਵੇਂ ਮਿਲਦਾ। ਦੁਨੀਆ ਦੇ ਵਿੱਚ ਸਾਨੂੰ ਸਿਆਣਪ ਹੈ, ਜਦੋਂ ਕੋਈ ਬੰਦਾ ਕਿਸੇ ਕੰਮ ਵਿੱਚ ਕਾਮਯਾਬ ਹੁੰਦਾ ਅਸੀਂ ਉਹਦੇ ਕੋਲੋਂ ਸਲਾਹ ਲੈਣ ਵਾਸਤੇ ਜਾਂਦੇ ਆ ਵੀ ਤੂੰ ਇਹ ਕੰਮ ਕਰ ਚੁੱਕਿਆ, ਸਾਨੂੰ ਵੀ ਸਲਾਹ ਦੇ। ਅਸੀਂ ਆਪਣੇ ਬੱਚੇ ਨੂੰ ਇੱਕ ਟੀਚਰ ਦੇ ਕੋਲ ਪੜ੍ਹਨ ਵਾਸਤੇ ਭੇਜਦੇ ਹਾਂ, ਕਿਉਂ? ਕਿਉਂਕਿ ਟੀਚਰ ਆਪ ਉੱਥੋਂ ਪੜ੍ਹ ਕੇ ਲੰਘਿਆ, ਉਹ ਚੀਜ਼ ਨੂੰ ਪ੍ਰਾਪਤ ਕਰ ਚੁੱਕਿਆ ਜਿਹੜੀ ਅਸੀਂ ਕਰਨੀ ਚਾਹੁੰਦੇ ਹਾਂ। ਫਿਰ ਅਸੀਂ ਆਪਣੇ ਬੱਚੇ ਨੂੰ ਟਿਊਸ਼ਨ 'ਤੇ ਭੇਜਦੇ ਹਾਂ, ਕਿਉਂ ਭੇਜਦੇ ਹਾਂ? ਕਿਉਂਕਿ ਉਹ ਟੀਚਰ ਜਿਹੜਾ ਉਹ ਟਿਊਸ਼ਨ ਪੜ੍ਹ ਕੇ ਕਿਤੇ ਮੁਕੰਮਲ ਆਪਣੇ ਅਹੁਦੇ 'ਤੇ ਜਾਂ ਆਪਣਾ ਜੋ ਉਹਦਾ ਮਨੋਰਥ ਸੀ ਉਹਦੇ 'ਤੇ ਪਹੁੰਚ ਗਿਆ ਹੈ। ਅਸੀਂ ਉਹਨੂੰ ਲੱਭਿਆ, ਉਹ ਕਿੱਥੇ ਹੈ ਪੜ੍ਹਾਉਣ ਵਾਲਾ, ਉਹਦੇ ਕੋਲ ਗਏ, ਪੜ੍ਹੇ ਤੇ ਫਿਰ ਮੰਜ਼ਿਲ 'ਤੇ ਪਹੁੰਚੇ। ਹੁਣ ਜਦੋਂ ਪਰਮੇਸ਼ਰ ਨੂੰ ਮਿਲਣਾ ਹੈ ਤੇ ਫਿਰ ਸਾਨੂੰ ਇਹ ਲੱਭਣਾ ਪਵੇਗਾ ਨਾ ਵੀ ਸਾਡੇ ਤੋਂ ਪਹਿਲਾਂ ਪਰਮੇਸ਼ਰ ਨੂੰ ਮਿਲਿਆ ਕੌਣ ਹੈ। ਜਿਹੜਾ ਮਿਲਿਆ ਉਹਦੇ ਕੋਲ ਜਾਈਏ ਤੇ ਉਹੀ ਸਾਨੂੰ ਰਸਤਾ ਵਿਖਾਵੇਗਾ ਨਾ ਵੀ ਇਹ ਕੰਮ ਕਰੇਗਾ ਤੇ ਤਾਂ ਰੱਬ ਮਿਲਦਾ। ਤੇ ਪਰਮੇਸ਼ਰ ਨੂੰ ਮਿਲਿਆ ਗੁਰੂ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਹਨੇ ਪਰਮੇਸ਼ਰ ਨੂੰ ਜਾਣਿਆ ਉਹਨੂੰ ਗੁਰੂ ਆਖਿਆ ਜਾਂਦਾ। ਤੇ ਫਿਰ ਸਾਡੇ ਵਰਗੇ ਸਿੱਖ ਗੁਰੂ ਦੇ ਕੋਲ ਆ ਗਏ ਬੇਨਤੀ ਕਰਦੇ, ਮਹਾਰਾਜ ਹੋਂ ਜਾਏ ਪੁੱਛਾਂ ਆਪਣੇ ਸਤਿਗੁਰੈ। ਮੈਂ ਆਪਣੇ ਗੁਰੂ ਨੂੰ ਜਾ ਕੇ ਪੁੱਛਦਾ ਹਾਂ। ਕੀ ਪੁੱਛਦਾ ਹਾਂ? ਗੁਰ ਪੁੱਛ ਮਨ ਸਮਝਾਵਾ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਉਪਦੇਸ਼ ਲੈ ਕੇ ਜਿਹੜਾ ਮੇਰਾ ਮਨ ਬੜਾ ਵੱਡਾ ਮੁਗਧ ਮੂਰਖ ਸੀ ਨਾ ਉਹਨੂੰ ਮੈਂ ਸਮਝਾਇਆ, ਉਹ ਮਨਾ ਇਸ ਤਰ੍ਹਾਂ ਨਹੀਂ, ਤੂੰ ਗਲਤ ਚੱਲਦਾ ਪਿਆ ਹੈ। ਗੁਰੂ ਨੇ ਇਸ ਪਾਸੇ ਜਾਣ ਨੂੰ ਨਹੀਂ ਆਖਿਆ, ਆਪਣੇ ਮੂਰਖ ਮਨ ਨੂੰ ਸਮਝਾਇਆ। ਗੁਰੂ ਦਾ ਉਪਦੇਸ਼ ਕਮਾ, ਜੋ ਗੁਰੂ ਕਹਿੰਦਾ ਉਹ ਕਰ। ਜਦੋਂ ਗੁਰੂ ਕੋਲੋਂ ਪੁੱਛ ਕੇ ਆਪਣੇ ਮੂਰਖ ਮਨ ਨੂੰ ਉਸ ਵੇਲੇ ਸਮਝਾਇਆ ਹੈ। ਭੁਲਾ ਮਨ ਸਮਝੇ ਗੁਰ ਸ਼ਬਦੀ ਹਰ ਹਰ ਸਦਾ ਧਿਆਏ। ਇਹ ਜਿਹੜਾ ਮਨ ਹੈ ਨਾ ਸਾਡਾ ਭੁੱਲਿਆ ਹੋਇਆ। ਕੀ ਭੁੱਲਿਆ ਹੋਇਆ? ਰੱਬ ਦੇ ਨਾਮ। ਕਦੇ ਕਿਸੇ ਨੂੰ ਖਾਣਾ ਨਹੀਂ ਭੁੱਲਿਆ, ਕਿਸੇ ਨੂੰ ਸੌਣਾ ਨਹੀਂ ਭੁੱਲਿਆ, ਹੱਸਣਾ ਕੁੱਦਣਾ ਨੱਚਣਾ ਗੱਲਾਂ ਬਾਤਾਂ ਕਰਨੀਆਂ ਨਹੀਂ ਭੁੱਲੀਆਂ। ਖਾਣਾ ਪੀਣਾ ਹੱਸਣਾ ਸੌਣਾ ਇਹ ਸਭ ਕੁਝ ਯਾਦ ਹੈ। ਜੇ ਨਹੀਂ ਯਾਦ ਤੇ ਇੱਕ ਰੱਬ ਨਹੀਂ ਯਾਦ ਹੈ। ਮਹਾਰਾਜ ਕਹਿਣ ਲੱਗੇ ਭੂਲਾ ਮਨ ਸਾਡਾ ਭੁੱਲਿਆ ਹੋਇਆ ਹੈ, ਪਰ ਸਮਝੇਗਾ ਕਿਵੇਂ? ਸਮਝਿਆ ਗੁਰ ਸ਼ਬਦੀ। ਜਦੋਂ ਗੁਰੂ ਦਾ ਉਪਦੇਸ਼ ਲਵੇਂਗਾ ਗੁਰੂ ਚੇਤਾ ਕਰਾਏਗਾ ਤੂੰ ਆਇਆ ਕਾਹਦੇ ਵਾਸਤੇ ਦੁਨੀਆ 'ਤੇ। ਫਿਰ ਸਾਡੇ ਮਨ ਨੂੰ ਚੋਟ ਵੱਜੇਗੀ, ਮਨ ਨੂੰ ਠੋਕਰ ਵੱਜੇਗੀ ਵੀ ਇਹ ਤੇ ਕਦੇ ਮੈਂ ਸਵਾਲ ਆਪਣੇ ਆਪ ਨਾਲ ਕੀਤਾ ਹੀ ਨਹੀਂ। ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲੇ ਜਾਈਏ, ਪਰ ਕਾਹਦੇ ਲਈ ਗਏ ਹਾਂ? ਕੰਮ ਵਾਸਤੇ। ਜੇ ਸਾਨੂੰ ਉਹ ਕੰਮ ਹੀ ਚੇਤਾ ਭੁੱਲ ਜਾਏ ਵੀ ਮੈਂ ਇੱਕ ਦੇਸ਼ ਤੋਂ ਦੂਜੇ ਦੇਸ਼ ਆਇਆ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆਇਆ, ਪਰ ਆਇਆ ਕਿਹੜੇ ਕੰਮ ਮੈਨੂੰ ਚੇਤਾ ਹੀ ਨਹੀਂ ਹੈ, ਤੇ ਫਿਰ ਅਸੀਂ ਉਸ ਸ਼ਹਿਰ ਵਿੱਚ ਕਾਮਯਾਬ ਨਹੀਂ ਹੋਵਾਂਗੇ, ਭਟਕਦੇ ਫਿਰਾਂਗੇ। ਅਸੀਂ ਇਸ ਦੁਨੀਆ ਵਿੱਚ ਆਏ ਹਾਂ, ਪਰ ਆਏ ਕਾਹਦੇ ਵਾਸਤੇ ਸਾਨੂੰ ਚੇਤਾ ਹੀ ਭੁੱਲ ਗਿਆ। ਮੈਂ ਕਿਉਂ ਆਇਆ ਦੁਨੀਆ 'ਤੇ? ਮੈਨੂੰ ਜਨਮ ਕਿਉਂ ਮਿਲਿਆ? ਰੱਬ ਨੇ ਕਿਉਂ ਧਰਤੀ 'ਤੇ ਭੇਜਿਆ? ਪਰ ਇਹ ਸਾਨੂੰ ਉਦੋਂ ਪਤਾ ਲੱਗੇਗਾ ਜਦੋਂ ਗੁਰੂ ਦੇ ਕੋਲ ਆਵਾਂਗੇ, ਗੁਰੂ ਦਾ ਸ਼ਬਦ ਲਵਾਂਗੇ ਨਾ, ਗੁਰੂ ਦਾ ਉਪਦੇਸ਼। ਗੁਰੂ ਦੱਸੇਗਾ ਭਾਈ ਪਿਆਰਿਆ ਤੂੰ ਆਇਆ ਸੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਇਹ ਗੁਰੂ ਨੇ ਦੱਸਣਾ। ਤੂੰ ਦੁਨੀਆ 'ਤੇ ਆਇਆ ਰੱਬ ਨੂੰ ਮਿਲਣ ਵਾਸਤੇ। ਤੇ ਪਾਤਸ਼ਾਹ ਫਰਮਾਉਂਦੇ ਹਰ ਹਰ ਨਾਮ 'ਤੇ ਆਏ, ਫਿਰ ਗੁਰੂ ਨਾਮ ਦੇਵੇਗਾ ਤੇ ਉਸ ਨਾਮ ਨੂੰ ਫਿਰ ਧਿਆਉਣਾ ਕਰ। ਵਾਹਿਗੁਰੂ 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 ਕਹਿ ਕੇ ਉਸ ਨਾਮ ਦਾ ਵਾਰ-ਵਾਰ ਚਿੰਤਨ ਕਰ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਮੇਰਾ ਪਿਆਰਾ ਪਰਮੇਸ਼ਰ ਕਿਰਪਾ ਕਰਦਾ ਹੈ ਉਹਨਾਂ ਨੂੰ ਗੁਰੂ ਨਾਲ ਮਿਲਦਾ ਹੈ। ਜਿਵੇਂ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਬੈਠੇ ਹੋ, ਪਰਮੇਸ਼ਰ ਦੀ ਕਿਰਪਾ ਹੋਈ ਤੇ ਇੱਥੇ ਆ ਗਏ ਹੋ। ਫਿਰ ਗੁਰੂ ਚਰਨਾਂ ਦੇ ਵਿੱਚ ਆ ਕੇ ਜਦੋਂ ਚਿੱਤ ਲਾਈਦਾ ਨਾ, ਮਨ ਟਿਕਾਈਦਾ। ਠੀਕ ਹੈ ਅਸੀਂ ਸਰੀਰ ਕਰਕੇ ਬੈਠੇ ਹਾਂ, ਫਿਰ ਵੀ ਬੜੇ ਵੱਡੇ ਭਾਗ ਨੇ ਸਰੀਰ ਕਰਕੇ ਤੇ ਆ ਗਏ ਹਨ। ਕਿੰਨੀਆਂ ਰੂਹਾਂ ਨੇ ਦੁਨੀਆ ਵਿੱਚ ਜਿਹੜੀਆਂ ਸਰੀਰ ਲੈ ਕੇ ਵੀ ਨਹੀਂ ਆਈਆਂ। ਜਦੋਂ ਅਸੀਂ ਸਰੀਰ ਲੈ ਕੇ ਆਏ ਹਾਂ ਫਿਰ ਗੁਰੂ ਸਾਨੂੰ ਸਮਝਾਏਗਾ ਭਾਈ ਪਿਆਰਿਆ ਕੱਲਾ ਸਰੀਰ ਨਾ ਇੱਥੇ ਰੱਖ, ਸਰੀਰ ਦੇ ਨਾਲ ਮਨ ਨੂੰ ਵੀ ਇੱਥੇ ਰੱਖ।
ਤੇ ਪਰ ਇਹ ਗੱਲ ਉਦੋਂ ਮਿਲਣੀ ਹੈ ਜਦੋਂ ਸਰੀਰ ਲੈ ਕੇ ਆਵਾਂਗੇ। ਜੇ ਆਪਾਂ ਸਰੀਰ ਹੀ ਲੈ ਕੇ ਨਹੀਂ ਗੁਰੂ ਕੋਲ ਆਏ ਤੇ ਕਿੱਥੋਂ ਪਤਾ ਲੱਗੇਗਾ ਵੀ ਮਨ ਵੀ ਇੱਥੇ ਰੱਖਣਾ। ਜੇ ਇੱਕ ਮੰਜ਼ਲ ਅਸੀਂ ਤੈਅ ਕੀਤੀ ਹੈ, ਇੱਕ ਡੰਡਾ ਪੌੜੀ ਦਾ ਚੜ੍ਹਿਆ ਤੇ ਦੂਜਾ ਵੀ ਸਾਨੂੰ ਦਿਸ ਪਿਆ ਗੁਰੂ ਦੇ ਕੋਲ ਆ ਕੇ ਵੀ ਜੇ ਗੁਰੂ ਕੋਲ ਸਰੀਰ ਲੈ ਕੇ ਆਏ ਆ, ਇਕੱਲੇ ਸਰੀਰ ਨਾਲ ਗੱਲ ਨਹੀਂ ਬਣਨੀ, ਮਨ ਵੀ ਇੱਥੇ ਲਾਉਣਾ ਪੈਣਾ। ਹਰ ਚਰਣੀ ਚਿਤ ਲਾਏ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਚਰਨਾਂ ਵਿੱਚ ਆਪਣੇ ਚਿੱਤ ਨੂੰ ਜੋੜਿਆ ਹੈ। ਹਉ ਸਭ ਵੇਸ ਕਰੀ ਫਿਰ ਕਾਰਣ, ਜੇ ਹਰ ਪ੍ਰਭ ਸਾਚੇ ਭਾਵਾ। ਮੈਂ ਸਾਰੇ ਵੇਸ ਕਰ ਲੈਣ। ਵੇਸ ਤੋਂ ਭਾਵ ਹੁੰਦਾ ਗੁਰਮੁਖੋ ਲਿਬਾਸ। ਮੈਨੂੰ ਮੈਂ ਰੱਬ ਨੂੰ ਕਿਵੇਂ ਚੰਗਾ ਲੱਗਾ, ਮੈਂ ਸਾਰੇ ਭੇਸ ਕੀਤੇ, ਸਾਰੇ ਵੇਸ ਕੀਤੇ। ਕਦੇ ਕੋਈ ਸ਼ਿੰਗਾਰ, ਜਿਵੇਂ ਬੀਬੀਆਂ ਵਿਆਹ ਤੋਂ ਮਗਰੋਂ ਸ਼ਿੰਗਾਰ ਕਰਦੀਆਂ ਨਾ ਤਣ ਦੇ ਉੱਪਰ, ਪਤੀ ਨੂੰ ਚੰਗਾ ਲੱਗਣ ਵਾਸਤੇ, ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਨਾ ਰੱਬ ਨੂੰ ਚੰਗਾ ਲੱਗਣ ਵਾਸਤੇ ਸ਼ਿੰਗਾਰ ਕਰਦੇ। ਕੋਈ ਜਪ ਦਾ ਸ਼ਿੰਗਾਰ ਕਰਦਾ, ਕੋਈ ਤਪ ਦਾ, ਕੋਈ ਜਪ ਕਰਦਾ, ਕੋਈ ਤਪ ਕਰਦਾ, ਕੋਈ ਤੀਰਥ ਯਾਤਰਾ ਕਰਦਾ, ਕੋਈ ਵਰਤ ਰੱਖਦਾ ਪਿਆ, ਕੋਈ ਪੁੰਨ, ਕੋਈ ਦਾਨ, ਸਭ ਕੁਝ ਇਹ ਸ਼ਿੰਗਾਰ ਹੀ ਨੇ ਰੱਬ ਨੂੰ ਮਿਲਣ ਵਾਸਤੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਉ ਸਭ ਵੇਸ ਕਰੀ, ਮੈਂ ਸਾਰੇ ਸ਼ਿੰਗਾਰ ਕਰ ਲੈ, ਜਪ ਤਪ ਪੁੰਨ ਦਾਨ। ਕਾਹਦੇ ਵਾਸਤੇ ਉਹ ਕੀਤੇ ਨੇ? ਪਰਮੇਸ਼ਰ ਨੂੰ ਮਿਲਣ ਵਾਸਤੇ, ਕਿ ਰੱਬ ਮਿਲ ਜਾਏ। ਫਿਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾ। ਅਜੇ ਜੇ ਆ, ਮਿਲਿਆ ਨਹੀਂ। ਜੇ ਹੋ ਸਕਦਾ ਵੀ ਮੇਰਾ ਕੋਈ ਸ਼ਿੰਗਾਰ ਰੱਬ ਨੂੰ ਚੰਗਾ ਲੱਗ ਜਾਵੇ, ਰੱਬ ਆਖੇ ਵੀ ਆਹ ਕੰਮ ਤੂੰ ਬੜਾ ਚੰਗਾ ਕੀਤਾ, ਤੂੰ ਮੈਨੂੰ ਬੜਾ ਚੰਗਾ ਲੱਗਾ। ਕੰਮ ਤੇ ਅਸੀਂ 100 ਕੀਤੇ ਹੋਣਗੇ ਚੰਗੇ ਭਲੇ ਦੇ, ਪਰ 100 ਵਿੱਚੋਂ ਜੇ ਇੱਕ ਵੀ ਉਹਨੂੰ ਚੰਗਾ ਲੱਗ ਗਿਆ ਤੇ ਸਾਡੇ ਬਾਕੀ ਸਾਰੇ ਹੀ ਸਫਲੇ ਹੋ ਜਾਣਗੇ। ਸ਼ਿੰਗਾਰ ਤੇ ਕਰ ਲੈ ਨੇ, ਜਪ ਦੇ, ਤਪ ਦੇ, ਪੁੰਨ ਦੇ, ਦਾਨ ਦੇ, ਦਇਆ ਦੇ, ਧਰਮ ਦੇ, ਤੀਰਥ ਯਾਤਰਾ ਦੇ, ਵਰਤ ਰੱਖ ਲੈ ਨੇ। ਇਹ ਸਾਰੇ ਸ਼ਿੰਗਾਰ ਕੀਤੇ, ਪਰ ਕੋਈ ਪਤਾ ਨਹੀਂ ਇਹਨਾਂ ਸਾਰੇ ਸ਼ਿੰਗਾਰਾਂ ਵਿੱਚੋਂ ਰੱਬ ਨੂੰ ਕਿਹੜਾ ਸ਼ਿੰਗਾਰ ਚੰਗਾ ਲੱਗ ਜਾਣਾ। ਪਰ ਜੇ ਕੋਈ ਵੀ ਚੰਗਾ ਲੱਗ ਗਿਆ ਨਾ ਇਹਨਾਂ ਵਿੱਚੋਂ, ਤੇ ਸਾਡੇ ਬਾਕੀ ਸਫਲੇ ਹੋ ਜਾਣਗੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਸ਼ਿੰਗਾਰ ਹੈ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਇਹ ਵੀ ਸ਼ਿੰਗਾਰ ਹੈ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰਸ਼ਨਾਂ ਨੂੰ ਆਉਣਾ, ਇਹ ਵੀ ਗੁਰੂ ਦੇ ਘਰ ਆਉਣ ਦਾ ਸ਼ਿੰਗਾਰ ਹੈ। ਸ਼ਿੰਗਾਰ ਤੇ ਬਤੇਰੇ ਕੀਤੇ, ਪਰ ਜੇ ਇਹਨਾਂ ਵਿੱਚੋਂ ਕੋਈ ਰੱਬ ਨੂੰ ਭਾ ਗਿਆ, ਰੱਬ ਨੂੰ, ਗੁਰੂ ਨੂੰ ਚੰਗਾ ਲੱਗ ਗਿਆ, ਪਰਮੇਸ਼ਰ ਨੂੰ ਚੰਗਾ ਲੱਗ ਗਿਆ, ਤੇ ਭਾਈ ਸਫਲੇ ਹੋ ਜਾਵਾਂਗੇ। ਸਾਡਾ ਆਉਣਾ ਸਫਲਾ, ਸਾਡਾ ਬੈਠਣਾ ਸਫਲਾ, ਸਾਡਾ ਸੁਣਨਾ ਸਫਲਾ ਹੋ ਜਾਏਗਾ। ਅੰਮ੍ਰਿਤ ਵੇਲਾ ਸਫਲਾ ਹੋਵੇਗਾ, ਨਿਤਨੇਮ ਸਫਲਾ ਹੋਵੇਗਾ, ਗੁਰੂ ਦਰਬਾਰ ਦੇ ਵਿੱਚ ਮਾਰਿਆ ਹੋਇਆ ਝਾੜੂ ਸਫਲਾ ਹੋ ਜਾਏਗਾ, ਮਾਂਜੇ ਹੋਏ ਭਾਂਡੇ ਸਫਲੇ ਹੋ ਜਾਣਗੇ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਜੇ ਹਰ ਪ੍ਰਭ ਸਾਚੇ ਭਾਵਾ। ਜੇ ਮੈਂ ਰੱਬ ਨੂੰ ਕਿਤੇ ਚੰਗਾ ਲੱਗ ਗਿਆ ਨਾ ਕਿਸੇ ਇੱਕ ਗੁਣ ਕਰਕੇ, ਤੇ ਮੇਰੇ ਕੀਤੇ ਸ਼ਿੰਗਾਰ ਸਾਰੇ ਸਫਲੇ ਹੋ ਜਾਣਗੇ। ਸੋ ਫਿਰ ਪਿਆਰਾ ਮੈਂ ਨਜ਼ਰ ਨਾ ਦੇਖੈ, ਹਉ ਕਿਉ ਕਰ ਧੀਰਜ ਪਾਵਾ। ਮੈਂ ਸ਼ਿੰਗਾਰ ਤੇ ਕੀਤੇ ਨੇ, ਪਰ ਰੱਬ ਮੈਨੂੰ ਵੇਖਦਾ ਹੀ ਨਹੀਂ। ਹੁਣ ਘਰ ਦੇ ਵਿੱਚ ਪਤਨੀ ਬੈਠੀ ਹੈ, ਸ਼ਿੰਗਾਰ ਕੀਤੇ ਹੋਏ, ਪਤੀ ਉਹਦੇ ਵੱਲ ਵੇਖੇ ਨਾ, ਉਹਦੀ ਗੱਲ ਨਾ ਸੁਣੇ, ਘਰ ਵਿੱਚ ਆਵੇ ਨਾ, ਬਾਹਰ ਤੁਰਿਆ ਫਿਰੇ, ਤੇ ਸ਼ਿੰਗਾਰ ਕੀਤਾ ਕਿਸ ਕੰਮ ਦਾ? ਦੁੱਖ ਤੇ ਆਵੇਗਾ ਨਾ ਵੀ ਕੀ ਕਾਰਨ ਹੈ। ਇੱਥੇ ਗੁਰਮੁਖਾਂ ਨੇ ਸ਼ਿੰਗਾਰ ਤੇ ਕੀਤੇ ਨੇ ਜਪ ਤਪ ਦੇ, ਬੰਦਗੀ ਪੂਜਾ ਪਾਠ ਦੇ, ਪਰ ਫਿਰ ਵੀ ਜੇ ਰੱਬ ਨਾ ਵੇਖੇ ਤੇ ਫਿਰ ਧੀਰਜ ਨਹੀਂ ਨਾ ਆਉਂਦਾ, ਮਨ ਨਹੀਂ ਨਾ ਟਿਕਦਾ। ਕੀ ਕਾਰਨ ਹੈ? ਸਾਡੇ ਵੱਲ ਵੇਖਦਾ ਕਿਉਂ ਨਹੀਂ ਪਰਮੇਸ਼ਰ? ਸਾਨੂੰ ਕਿਉਂ ਨਹੀਂ ਅਪਣਾਉਂਦਾ? ਮਹਾਰਾਜ ਫਰਮਾਉਂਦੇ ਨੇ, ਕਹਿਣ ਲੱਗੇ, ਭਾਈ ਸੋ ਫਿਰ ਪਿਆਰਾ ਮੈਂ ਨਜ਼ਰ ਨਾ ਦੇਖੈ। ਉਹ ਜਿਹੜਾ ਪਿਆਰਾ ਪਰਮਾਤਮਾ ਮੈਨੂੰ ਨਜ਼ਰ ਭਰ ਕੇ ਵੇਖਦਾ ਹੀ ਨਹੀਂ, ਕਿਰਪਾ ਦ੍ਰਿਸ਼ਟੀ ਨਾਲ ਮੈਨੂੰ ਤੱਕਦਾ ਹੀ ਨਹੀਂ ਪਿਆ। ਕਿਉਂ ਕਰ ਧੀਰਜ ਪਾਵਾਂ? ਫਿਰ ਮੈਨੂੰ ਕਿਵੇਂ ਧੀਰਜ ਹੋਵੇਗਾ, ਹੌਸਲਾ ਕਿਵੇਂ ਹੋਵੇਗਾ? ਹੋ ਹੀ ਨਹੀਂ ਸਕਦਾ। ਜਿਹਦੇ ਵਾਸਤੇ ਮੈਂ ਇੰਨਾ ਕੁਝ ਕੀਤਾ ਹੈ, ਉਹਨੇ ਮੇਰੇ ਵੱਲ ਵੇਖਿਆ ਤੱਕ ਨਹੀਂ, ਤੇ ਫਿਰ ਹੌਸਲਾ ਕਿਵੇਂ ਹੋਵੇ? ਮਹਾਰਾਜ ਫਰਮਾਉਂਦੇ ਹਨ, ਜਿਸ ਕਾਰਨ ਹੋ ਸਿੰਗਾਰ ਸਿੰਗਾਰੀ, ਸੋ ਫਿਰ ਰਤਾ ਮੇਰਾ ਅਵਰਾ। ਜਿਹਦੇ ਵਾਸਤੇ ਮੈਂ ਸ਼ਿੰਗਾਰ ਕੀਤੇ, ਸ਼ਿੰਗਾਰਾਂ ਨੂੰ ਸ਼ਿੰਗਾਰਿਆ, ਉਹ ਮੇਰਾ ਪਰਮਾਤਮਾ ਹੋਰਾਂ ਦੇ ਪਿੱਛੇ, ਹੋਰਾਂ ਦੇ ਵੱਲੋਂ ਰੱਤਾ ਰੰਗਿਆ ਹੋਇਆ, ਹੋਰਾਂ ਵੱਲੋਂ ਮਿਲਿਆ ਹੋਇਆ। ਜਿਹਨੂੰ ਮੈਂ ਮਿਲਣਾ ਚਾਹੁੰਦੀ ਹਾਂ, ਉਹ ਪਰਮਾਤਮਾ ਹੋਰਾਂ ਨੂੰ ਮਿਲਿਆ ਹੋਇਆ, ਤੇ ਉਹਨਾਂ ਨਾਲ ਹੀ ਉਹ ਪਿਆਰ ਕਰਦਾ, ਮੈਨੂੰ ਨਹੀਂ ਕਰਦਾ। ਤੇ ਫਿਰ ਮੇਰੇ ਸ਼ਿੰਗਾਰ ਕੀਤੇ ਹੋਏ ਕਿਸ ਕੰਮ ਨੇ? ਸ਼ਿੰਗਾਰ ਤੇ ਕੀਤੇ, ਮਿਹਨਤ ਕੀਤੀ, ਮਸ਼ੱਕਤ ਕੀਤੀ, ਰੱਬ ਦੇ ਰਾਹ ਨੂੰ ਤੁਰਿਆ ਜ਼ਰੂਰ, ਪਰ ਮਿਲਿਆ ਨਹੀਂ।
ਉਹ ਪ੍ਰਮਾਤਮਾ ਮੇਰੇ ਵੱਲ ਨਜ਼ਰ ਭਰ ਕੇ ਵੇਖਦਾ ਹੀ ਨਹੀਂ, ਉਹ ਤਾਂ ਹੋਰਾਂ ਵੱਲ ਰੰਗਿਆ ਹੋਇਆ, ਹੋਰਾਂ ਦੇ ਨਾਲ ਮਿਲਿਆ ਹੋਇਆ ਹੈ। ਨਾਨਕ ਧਨ 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 ਸੁਹਾਗਣ, ਜਿਨ ਪਿਰ ਰਾਵੇੜਾ ਸੱਚ ਸਵਰਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਸੁਹਾਗਣਾ, ਸੁਹਾਗਣਾ ਕੌਣ ਨੇ? ਜਿਹੜੀਆਂ ਰੱਬ ਨੂੰ ਮਿਲੀਆਂ ਨੇ। ਉਹ ਰੱਬ ਨੂੰ ਮਿਲੀਆਂ ਰੂਹਾਂ ਜਿਹੜੀਆਂ ਨੇ ਨਾ, ਉਹ ਮਨ ਕਰਕੇ ਵੀ ਧਨ ਨੇ, ਉਹ ਸਰੀਰ ਕਰਕੇ ਵੀ ਧਨ ਨੇ, ਉਹ ਆਪਣੇ ਜ਼ੁਬਾਨ ਦੇ ਬੋਲਾਂ ਕਰਕੇ ਵੀ ਧਨ ਨੇ। ਕੌਣ? ਜਿਹੜੀਆਂ ਜੀਵ ਇਸਤਰੀਆਂ ਰੱਬ ਨੂੰ ਮਿਲੀਆਂ ਨੇ, ਸੁਹਾਗਣਾ ਬਣ ਗਈਆਂ। ਤੇ ਸੁਹਾਗਣ ਤੇ ਉਹੀ ਹੈ ਨਾ ਜਿਹੜੀ ਪਤੀ ਨੂੰ ਮਿਲੇ। ਜਿਹੜੀ ਛੱਡੀ ਹੋਈ ਹੈ ਉਸ ਨੂੰ ਦੁਹਾਗਣ ਆਖਿਆ ਜਾਂਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੀਵ ਇਸਤਰੀਆਂ ਜਿਹੜੀਆਂ ਪਰਮੇਸ਼ਰ ਨੂੰ ਮਿਲੀਆਂ ਨੇ, ਮਨ ਕਰਕੇ ਵੀ ਧਨ ਨੇ, ਸਰੀਰ ਕਰਕੇ ਵੀ ਧਨ ਨੇ, ਤੇ ਬੋਲਾਂ ਬਚਨਾਂ ਕਰਕੇ ਵੀ ਧਨ ਨੇ। ਤੇ ਪਾਤਸ਼ਾਹ ਅਗਲਾ ਬਚਨ ਕਰਦੇ ਨੇ, ਜਿਨ ਪਿਰ ਰਾਵੇੜਾ ਸੱਚ ਸਵਰਾ। ਸਵਰਾ ਤੋਂ ਭਾਵ ਹੁੰਦਾ ਗੁਰਮੁਖੋ ਜਿਨ੍ਹਾਂ ਨੇ ਸਵਾਰ ਸਵਾਰ ਕੇ ਉਹਦੇ ਨਾਮ ਨੂੰ ਜਪਿਆ। ਸਵਾਰ ਕੇ ਨਾਮ ਨੂੰ ਜਪਣਾ ਕੀ ਹੈ? ਚਿੱਤ ਚਿੱਤ ਕੇ, ਬੜੀ ਭਾਵਨਾ ਨਾਲ, ਬੜੇ ਸਹਿਜੇ ਸਹਿਜੇ, ਬੜੀ ਪ੍ਰੇਮ ਦੇ ਨਾਲ ਨਾਮ ਜਪਣਾ। ਤੇ ਅਸੀਂ ਬਾਣੀ ਪੜ੍ਹਦੇ ਹਾਂ ਨਾ, 100 ਦੀ ਸਪੀਡ ਤੇ ਭੱਜੇ ਜਾਈਦਾ। ਜਿਹੜਾ ਪਾਸ ਇੱਕ ਪਾਠ 1 ਘੰਟੇ ਵਿੱਚ ਹੁੰਦਾ, ਮੈਂ 45 ਮਿੰਟਾਂ ਵਿੱਚ ਕਰਾਂਗਾ। 45 ਮਿੰਟਾਂ ਵਿੱਚ ਹੁੰਦਾ, ਮੈਂ ਅੱਧੇ ਘੰਟੇ 'ਚ ਕਰਾਂਗਾ। ਅਸੀਂ ਤੇ ਭੱਜਦੇ ਹਾਂ ਪਾਠ ਦੀ ਗਿਣਤੀ ਦੇ ਪਿੱਛੇ। ਮੈਂ ਅੱਜ 5 ਪਾਠ ਕਰਨੇ ਨੇ। ਕਰਨੇ ਕਿੰਨੇ ਚਿਰ 'ਚ ਨੇ? 10 ਮਿੰਟਾਂ 'ਚ। ਅਸੀਂ ਉਹਦੇ ਨਾਮ ਨੂੰ ਸਵਾਰ ਸਵਾਰ ਕੇ ਨਹੀਂ ਜਪਿਆ, ਰਸ ਲੈ ਕੇ ਨਹੀਂ ਜਪਿਆ, ਅਸੀਂ ਗਿਣਤੀ ਲੈ ਕੇ ਜਪਿਆ। ਭੱਜਣ ਭਜਾਈ ਛੂਣ ਛਪਾਈ ਵਿੱਚ ਲੱਗੇ ਹੋਏ ਹਾਂ। ਜਿਵੇਂ ਇੱਕ ਬੱਚਾ ਅੱਗੇ ਦੌੜਿਆ, ਦੂਜਾ ਪਿੱਛੇ ਦੌੜਿਆ ਜਾਂਦਾ। ਅਸੀਂ ਦੁਨੀਆ ਦੀ ਦੌੜ ਭੱਜ ਵਿੱਚ ਇੰਨੇ ਫਸ ਗਏ ਹਾਂ ਕਿ ਹੁਣ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਵੀ ਦੌੜ ਭੱਜ ਦੇ ਹਿਸਾਬ ਨਾਲ ਹੀ ਪੜ੍ਹਦੇ ਹਾਂ ਵੀ ਛੇਤੀ ਨਾਲ ਪੜ੍ਹ ਕੇ ਕੰਮ ਨਿਬੇੜੀਏ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਰਸ ਲੈ ਲੈ ਕੇ, ਸਵਾਦ ਲੈ ਲੈ ਕੇ, ਇੱਕ ਵਾਰੀ ਵਾਹਿਗੁਰੂ ਆਖਿਆ ਉਹਦਾ ਆਨੰਦ ਲਿਆ, ਦੂਜੀ ਵਾਰੀ ਫਿਰ ਆਖਿਆ ਫਿਰ ਉਹਦਾ ਆਨੰਦ ਲਿਆ। ਤੇ ਜੇ ਗੁਰਬਾਣੀ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਤੇ ਕਹਿਣ ਲੱਗੇ ਪਾਠ ਨੂੰ ਇੰਨਾ ਸਹਿਜੇ ਕੀਤਾ, ਇੰਨੇ ਰਸ ਨਾਲ ਕੀਤਾ। ਕਈ ਗੁਰਮੁਖ ਵੇਖੇ ਨੇ ਇਹੋ ਜਿਹਾ ਨਾਮ ਜਪਣ ਵਾਲੇ, ਇੱਕ ਇੱਕ ਪੰਕਤੀ ਨੂੰ ਕਿੰਨੀ ਕਿੰਨੀ ਵਾਰ ਹੀ ਪੜ੍ਹੀ ਜਾਂਦੇ, ਰਸ ਲਈ ਜਾਂਦੇ, ਸਵਾਦ ਲਈ ਜਾਂਦੇ। ਉਹ ਸਮੇਂ ਦੇ ਵਿੱਚ ਨਹੀਂ ਬੱਧੇ ਹੋਏ ਵੀ ਮੈਂ 5 ਮਿੰਟਾਂ 'ਚ ਹੀ ਕਰਨਾ। ਭਾਵੇਂ ਉਸ ਪਾਠ ਨੂੰ ਕਰਦੇ ਅੱਧਾ ਦਿਨ ਕਿਉਂ ਨਾ ਲੱਗ ਜਾਵੇ, ਪਰ ਰਸ ਲੈਂਦੇ ਪਏ। ਜਿਨ੍ਹਾਂ ਨੇ ਇਸ ਤਰ੍ਹਾਂ ਦਾ ਰਸ ਲਿਆ ਭਾਈ, ਜਿਹੜੇ ਆਨੰਦ ਦੇ ਨਾਲ ਲੱਗੇ ਹੋਏ ਨੇ। ਗੁਰਮੁਖੋ ਬਾਣੀ ਪੜ੍ਹਨ ਲੱਗਿਆ ਕਦੇ ਕਾਹਲੀ ਨਾ ਕਰਿਆ ਕਰੋ, ਕਦੇ ਤੇਜ਼ੀ ਨਾ ਕਰਿਆ ਕਰੋ, ਕਦੇ ਛੇਤੀ ਨਾ ਕਰਿਆ ਕਰੋ। ਬੜੇ ਆਰਾਮ ਦੇ ਨਾਲ, ਬੜੇ ਆਨੰਦ ਦੇ ਨਾਲ ਉਹ ਜਿਹੜੇ ਸ਼ਬਦ ਜ਼ੁਬਾਨ ਤੋਂ ਨਿਕਲਦੇ ਪਏ ਨੇ ਉਹਨਾਂ ਨੂੰ ਅੰਦਰ ਲੈ ਕੇ ਜਾਣਾ, ਉਹਨਾਂ ਸ਼ਬਦਾਂ ਦਾ ਰਸ ਲੈਣਾ। ਤੇ ਰਸ ਲੈਣ ਵਾਸਤੇ ਯਤਨ ਕਰਨਾ ਪੈਂਦਾ। ਕਦੇ ਸ਼ਹਿਦ ਦੀ ਮੱਖੀ ਵੇਖੀ ਹੈ ਨਾ, ਫੁੱਲ 'ਤੇ ਬੈਠਦੀ ਹੈ, ਫੁੱਲ ਤੋਂ ਉੱਡ ਕੇ ਫਿਰ ਆਪਣੇ ਛੱਤੇ 'ਤੇ ਬੈਠਦੀ ਹੈ, ਫਿਰ ਫੁੱਲ 'ਤੇ ਬੈਠਦੀ ਹੈ, ਫਿਰ ਛੱਤੇ 'ਤੇ ਬੈਠਦੀ ਹੈ। ਮੱਖੀ ਨੂੰ ਕਿੰਨੇ ਕਿੰਨੇ ਮਹੀਨੇ ਲੱਗ ਜਾਂਦੇ ਸ਼ਹਿਦ ਬਣਾਉਂਦੇ, ਕਿਉਂਕਿ ਰਸ ਲੈਂਦੀ ਪਈ ਹੈ। ਤੇ ਜੇ ਹੁਣ ਮੱਖੀ ਇਹ ਗੱਲ ਸੋਚੇ ਵੀ ਫੁੱਲ ਹੀ ਤੋੜ ਕੇ ਲੈ ਜਾਵਾਂ ਤੇ ਜਾ ਕੇ ਆਪਣੇ ਛੱਜੇ ਵਿੱਚ ਰੱਖ ਦੇਵਾਂ, ਆਪੇ ਸ਼ਹਿਦ ਬਣਦਾ ਫਿਰੇਗਾ ਤੇ ਨਹੀਂ ਨਾ ਬਣੇਗਾ। ਸਹਿਜੇ ਸਹਿਜੇ ਲੱਗੀ ਹੈ, ਉਵੇਂ ਉਵੇਂ ਰਸ ਬਣਿਆ। ਪਾਤਸ਼ਾਹ ਕਹਿਣ ਲੱਗੇ ਤੂੰ ਵੀ ਕਾਹਲੀ ਕਰਦਾ, ਛੇਤੀ ਕਰਦਾ, ਤਾਂ ਨਹੀਂ ਰਸ ਬਣਦਾ ਪਿਆ। ਮੱਖੀ ਵਰਗਾ ਸੁਭਾਅ, ਮੱਖੀ ਵੇਖ ਲਾ ਸ਼ਹਿਦ ਵਾਲੀ, ਹੌਲੀ ਹੌਲੀ ਲੱਗੀ ਹੈ, ਪਰ ਛੱਜਾ ਤਿਆਰ ਕਰ ਲਿਆ ਸ਼ਹਿਦ ਦਾ। ਹੁਣ ਸ਼ਹਿਦ ਟੱਪ ਟੱਪ ਚੋਂਦਾ ਪਿਆ ਉਹਦੇ 'ਚੋਂ। ਪਰ ਤੈਨੂੰ ਇੰਨਾ ਸਮਾਂ ਹੋ ਗਿਆ ਪਾਠ ਕਰਦਿਆਂ, ਤੇਰੀ ਜ਼ੁਬਾਨ ਵਿੱਚੋਂ ਰਸ ਨਹੀਂ ਹਾਲੇ ਚੋਇਆ। ਕਾਰਨ ਇਹ ਆ ਵੀ ਤੂੰ ਉਸ ਤਰੀਕੇ ਨਾਲ ਪੜ੍ਹਿਆ ਨਹੀਂ ਜੋ ਮਹਾਰਾਜ ਨੇ ਆਖਿਆ। ਜਿਨ ਪਿਰ ਰਾਵੇੜਾ ਸੱਚ ਸਵਰਾ। ਸਵਰਾ ਤੋਂ ਭਾਵ ਹੁੰਦਾ ਸਵਾਰ ਸਵਾਰ ਕੇ, ਆਨੰਦ ਦੇ ਨਾਲ ਜਿਨ੍ਹਾਂ ਨੇ ਨਾਮ ਜਪਿਆ। ਤੇ ਸਵਰਾ ਦਾ ਦੂਜਾ ਅਰਥ ਵਿਦਵਾਨਾਂ ਨੇ ਕੀਤਾ ਗ੍ਰੰਥਾਂ ਦੇ ਵਿੱਚ। ਸਵਰਾ ਤੋਂ ਭਾਵ ਹੈ ਸਵੇਰੇ ਸਵੇਰੇ। ਜਿਹੜਾ ਨਾਮ ਦਾ ਰਸ ਤੁਹਾਨੂੰ ਅੰਮ੍ਰਿਤ ਵੇਲੇ ਉੱਠ ਕੇ ਆਉਣਾ ਨਾ, ਉਹ ਬਾਅਦ ਵਿੱਚ ਨਹੀਂ ਆਏਗਾ। ਆਪਣੀ ਜ਼ਿੰਦਗੀ ਵਿੱਚ ਤਜਰਬਾ ਕਰਕੇ ਵੇਖ ਲਿਓ। ਥੋੜ੍ਹੇ ਦਿਨ ਅੰਮ੍ਰਿਤ ਵੇਲੇ ਉੱਠਣਾ ਔਖਾ ਲੱਗੇਗਾ, ਨੀਂਦ ਆਵੇਗੀ, ਦਲਿੱਦਰ ਪਵੇਗਾ, ਪਰ ਜੇ ਉੱਠਣ ਦਾ ਨੇਮ ਬਣਾ ਲਿਆ ਤੇ ਆਪਣੇ ਆਪ ਜਾਗ ਆਉਂਦੀ ਹੈ। ਤੇ ਜਿਹੜਾ ਨਿਤਨੇਮ ਕੀਤਿਆਂ, ਜਿਹੜਾ ਨਾਮ ਜਪਿਆ, ਅੰਮ੍ਰਿਤ ਵੇਲੇ ਰਸ ਆਉਂਦਾ ਹੈ ਨਾ, ਇਕਾਗਰਤਾ ਬਣਦੀ ਹੈ, ਟਿਕਾ ਬਣਦਾ, ਉਹ ਸਾਰਾ ਦਿਨ ਨਹੀਂ ਬਣਦਾ, ਭਾਵੇਂ ਜ਼ਿੰਦਗੀ ਦਾ ਤਜਰਬਾ ਕਰ ਲਿਓ।
ਤੇ ਤਾਂ ਹੀ ਭਗਤਾਂ ਨੇ, ਗੁਰਮੁਖਾਂ ਨੇ, ਨਾਮ ਜਪਣ ਵਾਲਿਆਂ ਨੇ ਅੰਮ੍ਰਿਤ ਵੇਲੇ ਨੂੰ ਨਾਮ ਜਪਣ ਦਾ ਸਮਾਂ ਦੱਸਿਆ ਵੀ ਜੇ ਨਾਮ ਜਪਣਾ ਤੇ ਅੰਮ੍ਰਿਤ ਵੇਲੇ ਜਪ। ਪਿਛਲ ਰਾਤ ਨਾ ਜਾਗਿਓ ਜੀ ਵੰਦੜੋ ਮੋਇਓਏ। ਕਿੱਡਾ ਵੱਡਾ ਬਚਨ ਹੈ। ਜੇ ਤੂੰ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ, ਜਿਉਂਦਾ ਮਰਿਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਵਰਾ ਤੋਂ ਭਾਵ ਹੈ ਭਾਈ ਜਿਨ੍ਹਾਂ ਨੇ ਸਵੇਰੇ ਸਵੇਰੇ ਉੱਠ ਕੇ ਉਹਦੇ ਨਾਮ ਨੂੰ ਜਪਿਆ, ਰਸ ਵੀ ਉਹਨਾਂ ਨੂੰ ਆਇਆ ਹੈ, ਸਵਾਦ ਵੀ ਉਹਨਾਂ ਨੂੰ ਆਇਆ। ਅਸੀਂ ਕੀ ਕਰਦੇ ਹਾਂ, ਅਸੀਂ ਟਾਈਮ ਨਿਕਲਦਾ ਤੇ ਫਿਰ ਨਾਮ ਜਪਦੇ ਹਾਂ। ਆਪਣੇ ਆਪਣੇ ਮਨ ਵਿੱਚ ਝਾਤੀ ਮਾਰੀਏ, ਮਨ ਵਿੱਚ ਖਿਆਲ ਲੈ ਕੇ ਜਾਓ। ਅਸੀਂ ਪਾਠ ਉਦੋਂ ਕਰਦੇ ਹਾਂ ਜਦੋਂ ਵਿਹਲੇ ਹੁੰਦੇ ਹਾਂ, ਪਰ ਪਾਠ ਵਾਸਤੇ ਆਪਣੇ ਆਪ ਨੂੰ ਵਿਹਲਾ ਨਹੀਂ ਕਰਦੇ। ਅਸੀਂ ਦਿਹਾੜੀ ਵਿੱਚ ਕੰਮ ਕੀਤਾ, ਜਦੋਂ ਵੇਖਿਆ ਵੀ ਹੁਣ ਕੰਮ ਹੋ ਗਿਆ ਨੇ, ਹੁਣ ਮੈਨੂੰ ਕੋਈ ਕੰਮ ਨਹੀਂ ਹੈ, ਵਿਹਲਾ ਹੋ ਗਿਆ, ਹੁਣ ਪਾਠ ਕਰ ਲਵਾਂ। ਅਸਲ ਵਿੱਚ ਪਾਠ ਵਾਸਤੇ ਆਪਣੇ ਆਪ ਨੂੰ ਵਿਹਲਾ ਕਰਨਾ। ਅਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਕੰਮ ਤੋਂ ਬਾਅਦ ਵਿੱਚ ਪਹਿਲਾਂ ਨਿਰੰਕਾਰ ਨੂੰ ਜਪਾਂ, ਉਹਦੇ ਨਾਮ ਨੂੰ ਲਵਾਂ। ਜਿਨ੍ਹਾਂ ਨੇ ਇਸ ਤਰ੍ਹਾਂ ਸਵੇਰੇ ਸਵੇਰੇ ਉਹਦੇ ਨਾਮ ਨੂੰ ਜਪਿਆ ਤੇ ਵਿਦਵਾਨ ਜਨ ਇਸ ਅਰਥ ਨੂੰ ਟਿਕਾਉਂਦੇ ਨੇ, ਸਮਝਾਉਂਦੇ ਨੇ ਸਾਡੇ ਸਮਝਣ ਵਾਸਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਵਰਾ ਤੋਂ ਭਾਵ ਹੈ ਜਿਨ੍ਹਾਂ ਨੇ ਸੰਭਲ ਕੇ ਹੋਸ਼ ਦੇ ਨਾਲ, ਜਦੋਂ ਕਿਤੇ ਜਾਇਆ ਜਾਂਦਾ ਨਾ ਅਦਾਲਤ ਵਿੱਚ, ਉੱਥੇ ਕਿਹਾ ਜਾਂਦਾ ਵੀ ਮੈਂ ਪੂਰੀ ਆਪਣੀ ਹਾਸ਼ੋ ਹਵਾਸ ਦੇ ਨਾਲ, ਆਪਣੀ ਪੂਰੀ ਸੋਝੀ ਦੇ ਨਾਲ ਬਿਆਨ ਦੇਣ ਲੱਗਾ। ਜੇ ਜ਼ਮੀਨ ਨਾਲ ਨਾ ਕੋਈ ਲਵਾਉਂਦਾ ਤੇ ਉਹ ਕਹਿੰਦਾ ਵੀ ਮੈਂ ਪੂਰੇ ਆਪਣੀ ਸੋਝੀ ਦੇ ਨਾਲ ਇਹ ਕੰਮ ਕਰਦਾ ਪਿਆ, ਮੈਂ ਸੁੱਤਾ ਨਹੀਂ, ਮੈਨੂੰ ਕਿਸੇ ਨੇ ਡਰਾਇਆ ਧਮਕਾਇਆ ਨਹੀਂ, ਮੈਨੂੰ ਕਿਸੇ ਨੇ ਲਾਲਚ ਨਹੀਂ ਦਿੱਤਾ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਜਦੋਂ ਨਾਮ ਜਪਦਾ ਨਾ ਉਦੋਂ ਵੀ ਆਪਣੇ ਆਪ ਨੂੰ ਸੰਭਾਲਿਆ ਕਰ, ਉਦੋਂ ਵੀ ਪੂਰੀ ਹੋਸ਼ ਦੇ ਨਾਲ, ਤੰਦਰੁਸਤੀ ਦੇ ਨਾਲ, ਚੜ੍ਹਦੀ ਕਲਾ ਦੇ ਨਾਲ, ਇਕਾਗਰਤਾ ਦੇ ਨਾਲ, ਸਾਵਧਾਨ ਹੋ ਕੇ। ਸਾਵਧਾਨ ਇਕਾਗਰ ਚੀਤ, ਗੁਰਬਾਣੀ ਦਾ ਬਚਨ ਤੇ ਪੜ੍ਹਦਾ ਰੋਜ਼ ਸੁਖਨੀ ਸਾਹਿਬ ਦੇ ਪਾਠ ਕਰਨ ਵਾਲਿਆ, ਪਰ ਪਾਠ ਕਰਨ ਲੱਗਿਆ ਸਾਵਧਾਨ ਕਦੇ ਹੋਇਆ ਨਹੀਂ। ਜਿਨ੍ਹਾਂ ਨੇ ਸਾਵਧਾਨ ਹੋ ਕੇ ਉਹਦੇ ਨਾਮ ਨੂੰ ਜਪਿਆ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਿਰ ਰਾਵੇੜਾ, ਉਹਨਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉਹਦੇ ਰਸ ਨੂੰ ਉਹਨਾਂ ਨੇ ਮਾਣਿਆ, ਸਵਾਦ ਉਹਨਾਂ ਨੇ ਲਿਆ ਜਿਹੜੇ ਉਹਦੇ ਨਾਮ ਨੂੰ ਜਪਦੇ ਹਨ। ਹੋ ਜਾਏ ਪੁੱਛਾ ਸੁਹਾਗ ਸੁਹਾਗਣ, ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ। ਹੁਣ ਜਿਹੜੀ ਸੁਹਾਗਣ ਨੇ ਆਪਣੇ ਸੁਹਾਗ ਨੂੰ ਪਾਲਿਆ ਨਾ, ਫਿਰ ਆਂਢਣਾ ਗੁਆਂਢਣਾ ਜਾ ਕੇ ਉਹਦੇ ਕੋਲੋਂ ਪੁੱਛਦੀਆਂ ਵੀ ਤੇਰੇ ਕੋਲ ਕਿਹੜਾ ਇਹੋ ਜਿਹਾ ਗੁਣ ਹੈ, ਕਿਹੜੀ ਤੇਰੇ ਕੋਲ ਇਹੋ ਜਿਹੀ ਅਕਲ ਹੈ, ਤੂੰ ਆਪਣੇ ਪਤੀ ਦਾ ਪਿਆਰ ਪਾਉਂਦੀ ਪਈ ਹੈ, ਸਾਨੂੰ ਨਹੀਂ ਮਿਲਿਆ। ਇਹ ਦੁਨੀਆ ਦੀ ਉਦਾਹਰਣ ਹੈ। ਇਸੇ ਤਰ੍ਹਾਂ ਜਿਹੜੀਆਂ ਜੀਵ ਇਸਤਰੀਆਂ ਨੇ, ਮਹਾਤਮਾ ਨੇ ਪਰਮੇਸ਼ਰ ਨੂੰ ਪਾਲਿਆ, ਉਹਨਾਂ ਮਹਾਤਮਾ ਦੇ ਕੋਲ, ਗੁਰਮੁਖਾਂ ਦੇ ਕੋਲ ਜਾ ਕੇ, ਸਾਧੂਆਂ ਦੇ ਕੋਲ ਜਾ ਕੇ ਪੁੱਛਿਆ ਹੈ ਮਹਾਤਮਾ ਜੀ ਤੁਸੀਂ ਉਹ ਕਿਹੜਾ ਕੰਮ ਕੀਤਾ ਜਿਹਦੇ ਨਾਲ ਤੁਹਾਨੂੰ ਰੱਬ ਮਿਲਿਆ, ਤੇ ਮੈਂ ਕਿਉਂ ਨਹੀਂ ਕੀਤਾ ਜਿਹਦੇ ਨਾਲ ਮੈਨੂੰ ਨਹੀਂ ਮਿਲਿਆ। ਹੁਣ ਜਾਏ ਪੁੱਛਾਂ ਸੁਹਾਗ ਸੁਹਾਗਣ, ਜਿਹੜੀਆਂ ਸੁਹਾਗਣਾਂ ਮਿਲੀਆਂ ਹੋਈਆਂ ਰੱਬ ਨੂੰ, ਰੂਹਾਂ, ਉਹਨਾਂ ਨੂੰ ਜਾ ਕੇ ਪੁੱਛਿਆ ਤੁਸੀਂ ਕਿਉਂ ਪਿਰ ਪਾਇੜਾ, ਤੁਸੀਂ ਕਿਵੇਂ ਪਾਲਿਆ ਪਰਮਾਤਮਾ ਨੂੰ, ਜਿਹੜਾ ਸੁਹਾਗ ਆਨੰਦ ਨੂੰ ਦੇਣ ਵਾਲਾ, ਤੁਸੀਂ ਕਿਵੇਂ ਪਾਇਆ, ਮੈਨੂੰ ਵੀ ਦੱਸਣਾ ਕਰੋ। ਮੈਂ ਉੱਪਰ ਨਜ਼ਰ ਕਰੀ ਫਿਰ ਸਾਚੇ, ਮੈਂ ਛੋੜਿਆ ਮੇਰਾ ਤੇਰਾ। ਜਦੋਂ ਜਾ ਕੇ ਪੁੱਛਿਆ ਨਾ ਤੇ ਗੁਰਮੁਖ ਨੇ ਅੱਗੋਂ ਜਵਾਬ ਦਿੱਤਾ। ਵੈਸੇ ਦੁਨੀਆ ਦੇ ਵਿੱਚ ਤੇ ਅਸੀਂ ਲੁਕੋ ਰੱਖਦੇ ਹਾਂ ਵੀ ਕਿਸੇ ਨੂੰ ਪਤਾ ਨਾ ਲੱਗੇ, ਪਰ ਗੁਰਮੁਖ ਜਿਹੜੇ ਨਾਮ ਜਪਣ ਵਾਲੇ ਉਹ ਕਿਸੇ ਤੋਂ ਪਰਦਾ ਨਹੀਂ ਰੱਖਦੇ। ਉਹ ਦੱਸ ਦਿੰਦੇ ਭਾਈ ਮੈਨੂੰ ਇਸ ਤਰ੍ਹਾਂ ਮਿਲਿਆ, ਤੈਨੂੰ ਵੀ ਮਿਲੇਗਾ। ਕੀ ਕੀਤਾ ਮੈਂ ਛੋੜਿਆੜਾ ਮੇਰਾ ਤੇਰਾ, ਮੈਂ ਮੇਰ ਤੇਰ ਛੱਡ ਦਿੱਤੀ ਆ ਮੇਰਾ ਆ ਤੇਰਾ, ਤੂੰ ਕੌਣ ਮੈਂ ਕੌਣ, ਸਭ ਕੁਝ ਮੇਰਾ ਹੈ, ਮੈਂ ਦੇਣਾ ਨਹੀਂ, ਇਹ ਸਭ ਕੁਝ ਮੈਂ ਛੱਡ ਦਿੱਤਾ ਹੈ। ਮੇਰ ਤੇਰ, ਤੇਰਾ ਮੇਰਾ, ਆਪਣਾ ਪਰਾਇਆ ਬਗਾਨਾ, ਇਹ ਸਭ ਗੱਲਾਂ ਛੱਡ ਦਿੱਤੀਆਂ, ਪਰੇ ਕਰ ਦਿੱਤੀਆਂ। ਮੈਂ ਛੋੜਿਆੜਾ ਮੇਰਾ ਤੇਰਾ, ਜਦੋਂ ਮੈਂ ਮੇਰੀ ਛੱਡੀ ਨਾ, ਹਉਮੈ ਛੱਡਿਆ, ਹੰਕਾਰ ਛੱਡਿਆ, ਤੇ ਮੈਂ ਫਿਰ ਉੱਪਰ ਨਜ਼ਰ ਕਰੀ, ਫਿਰ ਕਹਿਣ ਲੱਗੇ ਮੇਰੇ ਉੱਪਰ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਵੀ ਇਹ ਹੈ ਜਿਹਨੇ ਮੇਰ ਤੇਰ ਨੂੰ ਛੱਡਿਆ, ਜਿਹਨੇ ਮੇਰ ਤੇਰ ਨੂੰ ਛੱਡਿਆ ਉਹਨੇ ਰੱਬ ਨੂੰ ਪਾਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਫਿਰ ਗੁਰਮੁਖ ਜਿਹੜੇ ਨੇ ਦੂਜਿਆਂ ਨੂੰ ਦੱਸਦੇ ਨੇ ਭਾਈ ਮੈਂ ਇਸ ਤਰ੍ਹਾਂ ਪਾਇਆ, ਤੂੰ ਵੀ ਇਸ ਤਰ੍ਹਾਂ ਕਰਕੇ ਪਾ ਸਕਦਾ। ਮੈਂ ਉੱਪਰ ਨਜ਼ਰ ਕਰੀ ਫਿਰ ਸੱਚ ਹੈ, ਮੇਰੇ ਉੱਪਰ ਅਕਾਲ ਪੁਰਖ ਨੇ ਨਜ਼ਰ ਮਿਹਰ ਕੀਤੀ ਹੈ। ਕਿਵੇਂ ਕੀਤੀ ਹੈ?
ਮੈਂ ਛੋਡਿਆੜਾ ਮੇਰਾ ਤੇਰਾ, ਮੈਂ ਮੇਰੀ ਛੱਡੀ ਹੈ ਭਾਈ ਪਿਆਰਿਆ, ਤੂੰ ਵੀ ਮੈਂ ਮੇਰੀ ਛੱਡ ਦੇ, ਹਉਮੈ ਹੰਕਾਰ ਛੱਡ ਦੇ, ਜਿਵੇਂ ਉਹ ਮੈਨੂੰ ਮਿਲਿਆ ਉਵੇਂ ਤੈਨੂੰ ਮਿਲੇਗਾ। ਸਵਾਲ ਸੀ ਨਾ ਪਹਿਲੀ ਪੰਕਤੀ ਵਿੱਚ, ਜਾ ਕੇ ਪੁੱਛਿਆ ਸੀ ਨਾ ਸੰਤਾਂ ਸਾਧੂਆਂ ਨੂੰ ਵੀ ਤੁਹਾਨੂੰ ਕਿਵੇਂ ਮਿਲਿਆ ਜਿਹੜਾ ਮੈਨੂੰ ਨਹੀਂ ਮਿਲਿਆ, ਤਾਂ ਉਹਨਾਂ ਸੰਤਾਂ ਸਾਧੂਆਂ ਨੇ ਜਵਾਬ ਦਿੱਤਾ ਸਾਨੂੰ ਇਸ ਤਰ੍ਹਾਂ ਮਿਲਿਆ, ਤੂੰ ਵੀ ਇਹ ਕੰਮ ਕਰੇਗਾ ਤੈਨੂੰ ਵੀ ਇਸ ਤਰ੍ਹਾਂ ਮਿਲ ਜਾਣਾ ਹੈ। ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ, ਇਤ ਮਾਰਗ ਭੈਣੈ ਮਿਲੀਐ। ਆਪਣਾ ਤਨ ਮਨ ਧਨ ਗੁਰੂ ਦੇ ਅੱਗੇ ਪਰਮੇਸ਼ਰ ਨੂੰ ਦੇ ਦੇ ਭੈਣੇ, ਇਸ ਤਰ੍ਹਾਂ ਰੱਬ ਨੂੰ ਮਿਲਿਆ ਜਾਂਦਾ। ਇੱਕ ਸਖੀ ਨੇ ਦੂਜੀ ਸਖੀ ਨੂੰ ਪੁੱਛਿਆ ਵੀ ਤੂੰ ਪਤੀ ਨੂੰ ਕਿਵੇਂ ਪਾਇਆ, ਤੇ ਉਹਨੇ ਦੱਸਿਆ ਇੱਥੇ ਮਹਾਤਮਾ ਜਿਹੜੇ ਨੇ ਨਾ ਉਹ ਰੱਬ ਦੀਆਂ ਸਖੀਆਂ ਨੇ। ਮਹਾਤਮਾ ਨੂੰ ਜਾ ਕੇ ਗੁਰਮੁਖਾਂ ਨੇ ਪੁੱਛਿਆ ਤੁਸੀਂ ਕਿਵੇਂ ਪਾਇਆ, ਕਹਿਣ ਲੱਗੇ ਮਨ ਤਨ ਜੀਓ ਕਰੋ ਪ੍ਰਭ ਸੱਚ ਹੈ। ਆਪਣਾ ਮਨ ਵੀ ਗੁਰੂ ਨੂੰ ਦੇ ਦੇ, ਆਪਣਾ ਤਨ ਵੀ ਗੁਰੂ ਦੇ ਅੱਗੇ ਰੱਖ, ਧਨ ਵੀ ਗੁਰੂ ਦੇ ਅੱਗੇ ਰੱਖ, ਸਭ ਕੁਝ ਗੁਰੂ ਦੇ ਅੱਗੇ ਰੱਖੇਗਾ ਮਿਲਣਾ ਤਾਂ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ ਤਾਂ ਪਾਇਆ ਜਾਣਾ। ਜਦੋਂ ਮਨ ਤੇ ਤਨ ਗੁਰੂ ਨੂੰ ਭੇਟ ਕਰਕੇ ਫਿਰ ਹੁਕਮ ਮੰਨੇਗਾ। ਪਰ ਅਸੀਂ ਮਨ ਤੇ ਤਨ ਗੁਰੂ ਨੂੰ ਭੇਟ ਨਹੀਂ ਨਾ ਕਰ ਸਕਦੇ, ਨਾ ਧਨ ਹੀ ਭੇਟ ਕਰ ਸਕਦੇ। ਸਰੀਰ ਦੇ ਉੱਪਰ ਸਾਡੀ ਮਰਜ਼ੀ ਚੱਲਦੀ ਹੈ। ਗੁਰੂ ਨੇ ਆਖਿਆ ਵੀ ਆਹ ਲਿਬਾਸ ਨਾ ਪਾਈ, ਇਹ ਭੜਕੀਲਾ ਹੈ, ਤੈਨੂੰ ਦੁਨੀਆ ਵੱਲ ਖਿੱਚ ਕੇ ਲੈ ਜਾਏਗਾ, ਨਿਰੰਕਾਰ ਦੇ ਵੱਲੋਂ ਤੋੜੇਗਾ। ਆਪਾਂ ਆਖਿਆ ਵੀ ਗੁਰੂ ਤੋਂ ਕੀ ਲੈਣਾ, ਨਹੀਂ ਤਨ ਰੁਪਇਆ ਗੁਰੂ ਦੇ ਅੱਗੇ ਭੜਕੀਲਾ ਲਿਬਾਸ ਹੀ ਪਾਇਆ ਜਿਹਦੇ ਤੋਂ ਨੰਗੇ ਹੋ ਕੇ ਦੁਨੀਆ ਨੂੰ ਦਸੀਏ। ਤੇ ਗੁਰੂ ਨੇ ਆਖਿਆ ਭਾਈ ਮਨ ਗੁਰੂ ਨੂੰ ਭੇਟ ਕਰ, ਗੁਰੂ ਜਿਵੇਂ ਕਹਿੰਦਾ ਉਵੇਂ ਕਰ। ਪਰ ਆਪਾਂ ਆਖਿਆ ਵੀ ਨਹੀਂ, ਮੇਰੇ ਤੇ ਮਨ ਦੀ ਮਰਜ਼ੀ ਹੈ, ਮੇਰਾ ਜੋ ਮਨ ਕਰੇਗਾ ਮੈਂ ਕਰਾਂਗਾ। ਮਨ ਨਹੀਂ ਦਿੱਤਾ। ਤੇ ਧਨ ਦੀ ਗੱਲ ਤੇ ਸਾਡੇ ਵੱਸ ਦੀ ਨਹੀਂ ਨਾ। ਧਨ ਤੇ ਅਸੀਂ ਉਹ ਗੁਰੂ ਨੂੰ ਲਿਆ ਕੇ ਦੇਣਾ ਜਿਹੜਾ ਪਾਟਾ ਨੋਟ ਸਾਡੀ ਜੇਬ ਦੇ ਵਿੱਚ ਹੈ ਨਾ, ਕਿਤੇ ਨਹੀਂ ਚੱਲਿਆ। ਪਾਟਾ ਨੋਟ ਲਿਆ ਕੇ ਗੁਰੂ ਨੂੰ ਦਿੱਤਾ, ਇੰਨਾ ਕੁ ਧਨ ਅਸੀਂ ਗੁਰੂ ਨੂੰ ਅਰਪਦੇ ਪਏ ਹਾਂ। ਇਹ ਸਾਡੀ ਅੰਦਰ ਦੀ ਸਾਡੇ ਖਿਆਲ ਨੇ, ਸਾਡੇ ਵਿਚਾਰ ਨੇ ਆਪਣੇ। ਨੋਟ ਅਸੀਂ ਉਹ ਭੇਟ ਕਰਾਂਗੇ। ਗੁਰੂ ਨੇ ਆਖਿਆ ਧਨ ਭੇਟ ਕਰ, ਅਸੀਂ ਧਨ ਕੀ ਭੇਟ ਕੀਤਾ ਜਿਹੜਾ ਕਿਤੇ ਨਹੀਂ ਚੱਲਿਆ। ਇਹ ਇੱਥੇ ਸੁੱਟ ਦਿਓ, ਰੱਦੀ ਕੂੜੇਦਾਨ ਸਮਝ ਲਿਆ, ਗੁਰੂ ਦੇ ਚੜਾਵੇ ਨੂੰ ਕੂੜਾ ਸਮਝ ਕੇ ਸੁੱਟ ਦਿੱਤਾ। ਮਨ ਆਖਿਆ ਕਹਿਣ ਲੱਗਾ ਨਹੀਂ ਮਨ ਵੀ ਮੇਰਾ, ਮੈਂ ਮਰਨੀ ਮਰਜ਼ੀ ਕਰਾਂਗਾ। ਜੇ ਤਨ ਆਖਿਆ ਕਹਿਣ ਲੱਗਾ ਨਹੀਂ ਲਿਬਾਸ ਤੇ ਮਰਜ਼ੀ ਨਾਲ ਹੀ ਪਾਵਾਂਗਾ, ਫਿਰ ਰੱਬ ਕਿਵੇਂ ਮਿਲੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਹੁਕਮ ਵੀ ਮੰਨਣਾ ਪਵੇਗਾ ਤਾਂ ਪਾਈਏ, ਤਾਂ ਤੈਨੂੰ ਮਿਲਣਾ, ਜਿੱਥੇ ਮਿਲਦਾ ਨਹੀਂ ਹੈ। ਆਪਣਾ ਪ੍ਰਭ ਨਦਰ ਕਰ ਦੇਖੇ ਨਾਨਕ, ਜੋਤ ਜੋਤੀ ਰਲਿਆ। ਜਦੋਂ ਪਰਮੇਸ਼ਰ ਨੂੰ ਆਪਣਾ ਬਣਾਵੇਂਗਾ ਨਾ, ਆਪਾਂ ਆਖਦੇ ਹਾਂ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਦੁਨੀਆ ਮੇਰੀ ਹੈ, ਪਦਾਰਥ ਮਿਲੇ ਨੇ, ਘਰ-ਬਾਰ ਪਰਿਵਾਰ ਮੇਰਾ, ਪਰ ਰੱਬ ਉਹ ਮੇਰਾ ਨਹੀਂ, ਉਹ ਤੂੰ ਲੈ ਜਾ। ਪਰ ਪਾਤਸ਼ਾਹ ਕਹਿੰਦੇ ਜਦੋਂ ਤੂੰ ਰੱਬ ਨੂੰ ਆਪਣਾ ਬਣਾਵੇਂਗਾ ਨਾ ਵੀ ਉਹ ਮੇਰਾ ਆਪਣਾ ਹੈ, ਤੇ ਉਹ ਫਿਰ ਤੇਰੇ ਤੇ ਇਹੋ ਜਿਹੀ ਕਿਰਪਾ ਕਰੇਗਾ, ਤੇਰੀ ਜੋਤ ਤੇਰੀ ਆਤਮਾ ਉਸ ਜੋਤੀ ਪ੍ਰਮਾਤਮਾ ਵਿੱਚ ਮਿਲ ਜਾਏਗੀ, ਸਮਾ ਜਾਂਦੀ ਹੈ। ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ, ਤਿਸ ਮਨ ਤਨ ਆਪਣਾ ਦੇਵਾ। ਗੁਰੂ ਰਾਮਦਾਸ ਪਾਤਸ਼ਾਹ ਦੇ ਬੜੇ ਵੱਡੇ ਬਚਨ ਨੇ ਗੁਰਮੁਖੋ। ਅਸੀਂ ਨਾਮ ਜਪਣ ਵਾਲਿਆਂ ਦਾ ਕੋਈ ਸਤਿਕਾਰ ਨਹੀਂ ਕਰਦੇ। ਕੋਈ ਬਾਣੀ ਪੜ੍ਹਦਾ ਹੈ, ਕੋਈ ਪਾਠ ਕਰਦਾ ਹੈ, ਕੋਈ ਕੀਰਤਨ ਕਰਦਾ ਨਾ, ਸਾਡੇ ਮਨ ਵਿੱਚ ਕੋਈ ਸਤਿਕਾਰ ਭਾਵਨਾ ਨਹੀਂ। ਸਾਡੇ ਮਨ ਵਿੱਚ ਨਫ਼ਰਤ ਭਰੀ ਹੋਈ, ਗੁੱਸਾ ਭਰਿਆ ਹੋਇਆ, ਈਰਖਾ ਭਰੀ ਹੋਈ ਹੈ। ਅਸੀਂ ਕਿਸੇ ਦਾ ਵਿਗਾੜ ਜ਼ਰੂਰ ਸਕਦੇ ਹਾਂ, ਸ਼ਿਕਾਇਤ ਜ਼ਰੂਰ ਕਰ ਸਕਦੇ ਹਾਂ, ਮਾੜਾ ਜ਼ਰੂਰ ਕਰ ਸਕਦੇ ਹਾਂ। ਪਰ ਗੁਰੂ ਰਾਮਦਾਸ ਕੀ ਕਹਿ ਰਹੇ ਨੇ, ਕਹਿਣ ਲੱਗੇ ਭਾਈ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ, ਜਿਹੜਾ ਮੈਨੂੰ ਰੱਬ ਦੀ ਗੱਲ ਸੁਣਾਵੇ। ਰੱਬ ਦੀ ਗੱਲ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਗੁਰੂ ਕੇ ਕੀਰਤਨੀਏ ਨੇ ਪੜ੍ਹਿਆ, ਸਾਨੂੰ ਸੁਣਾਇਆ, ਸੁਨੇਹਾ ਹੀ ਦਿੱਤਾ ਨਾ ਰੱਬ ਦਾ। ਗੁਰੂ ਦਾ ਸੁਨੇਹਾ ਪਾਠ ਹੈ, ਪਾਠ ਕਰਨ ਵਾਲੇ ਨੇ ਸਾਨੂੰ ਪਾਠ ਸੁਣਾਇਆ, ਤੇ ਅਸੀਂ ਪਾਠ ਸੁਣ ਕੇ 5-7 ਥਾਵਾਂ ਤੋਂ ਪਹਿਲਾਂ ਫੋਨ ਕਰਕੇ ਭੇਟਾ ਪੁੱਛੀ ਦੀ ਹੈ ਵੀ ਕਿੰਨੀ ਕੁ ਹੈ। ਪਾਠ ਕਰਨ ਵਾਲੇ ਨੇ ਰੱਬ ਦਾ ਸੁਨੇਹਾ ਸਾਨੂੰ ਸੁਣਾਇਆ, ਰੱਬ ਦੀ ਗੱਲ ਸੁਣਾਈ ਹੈ। ਕੀਰਤਨ ਕਰਨ ਵਾਲੇ ਨੇ ਰੱਬ ਦੀ ਗੱਲ ਸੁਣਾਈ ਹੈ, ਕਥਾ ਕਰਨ ਵਾਲੇ ਨੇ ਰੱਬ ਦੀ ਗੱਲ ਸਾਨੂੰ ਸੁਣਾਈ ਹੈ। ਮਹਾਰਾਜ ਕਹਿਣ ਲੱਗੇ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ, ਜਿਹੜਾ ਰੱਬ ਦੀ ਤੁਹਾਨੂੰ ਗੱਲ ਸੁਣਾਉਂਦਾ ਉਹਦੇ ਅੱਗੇ ਕੀ ਦੇਣਾ ਚਾਹੀਦਾ ਹੈ? ਤੇ ਇਸ ਮਨ ਤਨ ਆਪਣਾ ਦੇਵੋ, ਮੈਂ ਤੇ ਮਨ ਵੀ ਉਹਦੇ ਅੱਗੇ ਆਪਣਾ ਰੱਖਦਿਆਂ, ਤਨ ਵੀ ਉਹਦੇ ਅੱਗੇ ਰੱਖਦਿਆਂ, ਗੁਲਾਮ ਬਣ ਜਾਵਾਂ ਉਹਦਾ। ਮੈਂ ਤੇਰਾ ਗੁਲਾਮ ਹਾਂ, ਤੂੰ ਮੈਨੂੰ ਰੱਬ ਦੀ ਗੱਲ ਸੁਣਾਈ ਹੈ, ਇੰਨਾ ਸਤਿਕਾਰ ਦੇਵਾਂ।
ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਜਦੋਂ ਰਾਗੀ ਕੀਰਤਨ ਕਰਨ ਤੋਂ ਨਾ ਕਰ ਗਏ ਨਾ ਭਾਈ ਸੱਤਾ ਬਲਵੰਡਾ ਜੀ, ਤੇ ਮਹਾਰਾਜ ਆਪ ਚਲੇ ਗਏ। ਪੈਰਾਂ ਵਿੱਚ ਜੋੜਾ ਨਹੀਂ ਪਾਇਆ, ਨੰਗੇ ਪੈਰੀਂ ਤੁਰੇ। ਸਿੱਖ ਜੋੜਾ ਲੈ ਕੇ ਆਏ, ਮਹਾਰਾਜ ਜੁੱਤਾ ਪਾ ਲਓ, ਜੋੜਾ ਪਾ ਲਓ। ਮਹਾਰਾਜ ਕਹਿੰਦੇ ਨਹੀਂ, ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੇ ਗਾਉਣ ਵਾਲੇ ਨੇ ਉਹਨਾਂ ਨੂੰ ਲੈਣ ਵਾਸਤੇ ਚੱਲੇ ਆ। ਜੇ ਬਾਣੀ ਦਾ ਸਤਿਕਾਰ ਜੋੜਾ ਲਾ ਕੇ ਕੀਤਾ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਅਸੀਂ ਜੋੜਾ ਲਾ ਕੇ ਕਰਦੇ ਹਾਂ, ਤੇ ਫਿਰ ਬਾਣੀ ਪੜ੍ਹਨ ਵਾਲਿਆਂ ਦਾ ਵੀ ਸਤਿਕਾਰ ਉਨਾ ਹੀ ਹੈ। ਜੁੱਤਾ ਪਾ ਕੇ ਜੋੜਾ ਪਾ ਕੇ ਨਹੀਂ ਜਾਵਾਂਗੇ। ਨੰਗੇ ਪੈਰੀਂ ਗਏ। ਸਾਡੇ ਇਤਿਹਾਸਕ ਗ੍ਰੰਥ ਕਹਿੰਦੇ ਨੇ ਵੀ ਲੈਣ ਵਾਸਤੇ ਗਏ, ਹਾਲੇ ਕਿ ਗਲਤੀ ਵੀ ਉਹਨਾਂ ਦੀ ਹੈ। ਇਹ ਹੈ ਜਿਨ੍ਹਾਂ ਨੇ ਉਹਦੇ ਸਤਿਕਾਰ ਨੂੰ ਮਾਣਿਆ। ਮਨਤਾ ਨੇ ਆਪਣਾ ਦੇਵਾਂ, ਮੈਂ ਆਪਣਾ ਮਨਤਾ ਨੂੰ ਉਹਨੂੰ ਭੇਟ ਕਰਦੇ ਹਾਂ ਜਿਹੜਾ ਸਾਨੂੰ ਗੁਰੂ ਦੀ ਗੱਲ ਸੁਣਾਉਂਦਾ ਹੈ। ਪੱਖਾ ਫੇਰੀ ਸੇਵ ਕਮਾਵਾ, ਤਿਸ ਆਗੇ ਪਾਣੀ ਢੋਆ। ਉਹ ਸਾਧੂ ਦੀ ਮੈਂ ਸੇਵਾ ਕਰਾਂ ਪੱਖਾ ਝੱਲ ਕੇ। ਅੱਜ ਸਾਡੇ ਕੋਲ ਬਿਜਲੀ ਦੇ ਪੱਖੇ ਨੇ ਨਾ, ਆਪਣੇ ਆਪ ਹੀ ਚੱਲਦੇ। ਉਦੋਂ ਹੱਥ ਨਾਲ ਪੱਖਾ ਵੱਡਾ ਫੜ ਕੇ ਕਰਨਾ ਪੈਂਦਾ। ਮੈਂ ਉਸ ਦੇ ਅੱਗੇ ਪੱਖਾ ਝੱਲ ਕੇ ਉਹਨੂੰ ਠੰਡੀ ਹਵਾ ਦੇਵਾਂ, ਉਹਦੇ ਨਹਾਉਣ ਵਾਸਤੇ ਇਸ਼ਨਾਨ ਵਾਸਤੇ ਪਾਣੀ ਦੇਵਾਂ, ਉਹਦੇ ਪੀਣ ਵਾਸਤੇ ਭੋਜਨ ਦਾ ਪ੍ਰਬੰਧ ਕਰਾਂ। ਤੇ ਪਾਤਸ਼ਾਹ ਕਹਿਣ ਲੱਗੇ ਜਿੰਨੀ ਸੇਵਾ ਹੋ ਸਕੇ ਮੈਂ ਉਹਦੀ ਕਰਾਂਗਾ ਜਿਹੜਾ ਮੈਨੂੰ ਰੱਬ ਦੀ ਗੱਲ ਸੁਣਾਵੇ। ਕੈਸੀ ਭਾਵਨਾ! ਅਸੀਂ ਤੇ ਰੱਬ ਦੀ ਗੱਲ ਸੁਣਾਉਣ ਵਾਲੇ ਨੂੰ ਸੇਵਾਦਾਰ ਸਮਝਿਆ, ਪਰ ਇੱਥੇ ਮਹਾਰਾਜ ਕਹਿਣ ਲੱਗੇ ਜਿਹੜਾ ਰੱਬ ਦੀ ਗੱਲ ਸੁਣਾਵੇ ਮੈਂ ਉਹਦੀ ਸੇਵਾ ਕਰਾਂ। ਗੁਰੂ ਤੇ ਇਹ ਗੱਲ ਕਹਿੰਦਾ ਜਿਹੜਾ ਗੁਰੂ ਦੀ ਗੱਲ ਸੁਣਾਉਂਦਾ ਮੈਂ ਉਹਦੀ ਸੇਵਾ ਕਰਾਂ, ਪਰ ਦੂਜੇ ਪਾਸੇ ਅਸੀਂ ਦੁਨੀਆ ਦੇ ਲੋਕ ਹਾਂ, ਜਿਹੜਾ ਸਾਨੂੰ ਗੁਰਬਾਣੀ ਦਾ ਸ਼ਬਦ ਸੁਣਾਉਂਦਾ ਪੜ੍ਹ ਕੇ ਗਾ ਕੇ, ਅਸੀਂ ਆਖਦੇ ਹਾਂ ਵੀ ਸੇਵਾ ਭਾਈ ਨਾਲ ਹੁਣ ਸੇਵਾ ਵੀ ਕਰ। ਤੂੰ ਸ਼ਬਦ ਤੇ ਪੜ੍ਹਿਆ ਠੀਕ ਹੈ, ਤੈਨੂੰ ਭੇਟਾ ਦਿੱਤੀ, ਹੁਣ ਸਾਡੀ ਸੇਵਾ ਕਰ। ਤੂੰ ਹੁਣ ਮਗਰੋਂ ਸ਼ਬਦ ਦੇ ਸਾਡੀ ਵਡਿਆਈ ਕਰ ਵੀ ਮੇਰੇ ਵਰਗਾ ਦਾਨੀ ਪੁੰਨੀ ਕੋਈ ਨਹੀਂ ਹੈ, ਤੂੰ ਮੇਰੇ ਘਰ ਦੇ ਕੰਮ ਕਰਵਾ। ਇਹ ਹੈ ਸਾਡੀ ਹਾਲਤ। ਪਰ ਗੁਰੂ ਕਹਿੰਦਾ ਜਿਹੜਾ ਗੁਰੂ ਦੀ ਗੱਲ ਸੁਣਾਵੇ ਮੈਂ ਉਹਦੀ ਜ਼ਿੰਦਗੀ ਸਾਰੀ ਉਹਦੀ ਸੇਵਾ ਕਰਾਂ। ਐਸੀ ਭਾਵਨਾ ਦੇ ਨਾਲ ਐਸੇ ਬਚਨ ਹਨ। ਨਿਤ ਨਿਤ ਸੇਵ ਕਰੀ ਹਰ ਜਨ ਕੀ, ਜੋ ਹਰ ਹਰ ਕਥਾ ਸੁਣਾਏ। ਜਿਹੜਾ ਕਥਾ ਸੁਣਾਉਂਦਾ ਨਾ, ਕਥਾ ਤੋਂ ਭਾਵ ਕੀ ਹੈ? ਕ ਨਾਮ ਗੁਰਮੁਖੋ ਸਰੂਪ ਦਾ ਹੈ। ਕਥਾ ਦੋ ਸ਼ਬਦਾਂ ਤੋਂ ਬਣੀ ਹੈ, ਕੱਕਾ ਤੇ ਥੱਥੇ ਨੂੰ ਕਰਨਾ। ਤੇ ਕਾ ਤੋਂ ਭਾਵ ਲੈ ਲੈਂਦੇ ਨੇ ਵਿਦਵਾਨ ਸਰੂਪ, ਤੇ ਥੱਥੇ ਨੂੰ ਕਰਨਾ ਥਾਂ। ਉਹ ਥਾਂ ਜਿੱਥੇ ਪ੍ਰਮਾਤਮਾ ਦੇ ਸਰੂਪ ਦੀ ਵਿਚਾਰ ਹੋਵੇ, ਰੱਬ ਦੀ ਵਿਚਾਰ ਹੋਵੇ, ਉਹਦੀ ਪ੍ਰਾਪਤੀ ਦੀ ਵਿਚਾਰ ਹੋਵੇ, ਉਸ ਨੂੰ ਕਿਹਾ ਜਾਂਦਾ ਕਥਾ। ਅੱਜ ਕੱਲ੍ਹ ਤੇ ਦੁਨੀਆ ਦੀ ਨਿੰਦਿਆ ਕਰ ਕਰਕੇ, ਦੁਨੀਆ ਤੇ ਤਵਾ ਲਾ ਕੇ ਆਖਿਆ ਕਥਾ ਕੀਤੀ ਹੈ। ਕਥਾ ਉਹ ਹੁੰਦੀ ਹੈ ਜਿਹੜੀ ਰੱਬ ਦੀ ਸਿਫਤ ਵਿੱਚ ਕੀਤੀ ਜਾਵੇ, ਉਹਦੀ ਪ੍ਰਾਪਤੀ, ਉਹਦੇ ਗੁਣਾਂ ਦਾ ਵਰਣਨ ਹੋਵੇ। ਮਹਾਰਾਜ ਕਹਿਣ ਲੱਗੇ ਨਿਤ ਨਿਤ ਸੇਵ ਕਰੀ, ਮੈਂ ਰੋਜ਼ ਉਹਦੀ ਸੇਵਾ ਕਰਾਂ, ਹਰੀ ਜਨ ਦੀ, ਗੁਰਮੁਖ ਦੀ, ਜਿਹੜਾ ਮੈਨੂੰ ਹਰੀ ਪਰਮੇਸ਼ਰ ਦੀ ਕਥਾ ਸੁਣਾਉਂਦਾ, ਉਹਦੇ ਸਰੂਪ ਦੀ ਵਿਚਾਰ ਦੱਸਦਾ, ਉਹਦੀ ਮੈਂ ਦਿਨੇ ਰਾਤ ਸੇਵਾ ਕਰਨਾ ਕਰਾਂ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਜਿਹੜਾ ਗੁਰੂ ਪੂਜਨੀਕ ਹੈ ਨਾ, ਅਤੇ ਗੋ ਰੂਪੀ ਹਨੇਰੇ ਨੂੰ ਰੂਹ ਪ੍ਰਕਾਸ਼ ਦੇ ਨਾਲ ਦੂਰ ਕਰਨ ਵਾਲਾ, ਐਸੇ ਗੁਰੂ ਨੂੰ ਧੰਨ ਧੰਨ ਆਖੀਏ। ਤੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਗੁਰੂ ਮੇਰੇ ਮਨ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮੇਰੇ ਹਰ ਨਾਮ ਧਿਆਵਾ। ਇਸ ਕਰਕੇ ਹਰੀ ਪਰਮਾਤਮਾ ਮੈਨੂੰ ਗੁਰੂ ਸੱਜਣ ਦੇ ਰੂਪ ਦੇ